गुरु नानक अंगद गुरु अमरदास पद बंद रामदास अर्जन गुरु बारिश गिरि हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिस मह अमृत ज्ञान है मानक भगत विराग गुरु ग्रंथ साहिब उद्धत बंदों कर अनुराग श्री गुरु शब्द कमाई जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी। सुन सतगुर ने सब समझाए हम जानत हैं जो कह गाए पड़दा वस्त्र जो मेरो गयो उन गोर सू मुझ प्राप्त भयो सुन सतगुर ने सब समझाए। वाहिगुरु जी का खालसा वाहिगुरु जी की फतेह। साहिब आलम ज्ञान स्वरूप चवर छतर तखत दे मालिक जुगो जुग अटल धन धन आद सतगुरु श्री गुरु ग्रंथ साहिब महाराज जियां दी अपार बख्शिश हो रही है। संध्या दे समय दे सुंदर दीवान सज रहे ने। सजे हुए दीवाना अंदर सतगुरां दी अमृतमय बाणी दा नितनेम तुरकी बाणी दा हर जस कीर्तन वड भागी सिख संगतां ने हाजरी भरदियां होया सरवण कीता है। उपरंत समा होया जो इस अस्थान ते सतगुरु पातशाह जियां दे पावन पवित्र जीवन दी लड़ीवार गुर इतिहास दी कथा चल रही है। सतगुरां दे पावन पवित्र जीवन नूं सरवण करन लई सिख पंथ दे महान विद्वान महाकवि भाई संतोख सिंह साहिब जियां दी इस महान रचना विचों आपां लड़ीवार ये प्रसंग सरवण करदे हां। श्री गुरप्रताप सूरज प्रकाश ग्रंथ दी पहली रास दा ये 60 नंबर अध्याय आपां सरवण कर रहे हां। इस अमृत कथा नूं क्रम क्रम अनुसार सरवण करदिआं आपां पिछले समय च सरवण कर चुके हाँ
ਕਿ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਵਿਰਾਜਮਾਨ ਹਨ। ਅਨੇਕਾਂ ਸਿੱਖ ਸੰਗਤਾਂ, ਅਨੇਕਾਂ ਜਗਿਆਸੂ, ਦੁਖੀਏ ਤੇ ਦਰਦਮੰਦ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਅਨੰਤ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਐਸਾ ਵਿਅਕਤੀ ਆਇਆ ਹੈ ਜੋ ਸਰੀਰ ਕਰਕੇ ਔਰ ਮਨ ਕਰਕੇ ਬੜਾ ਦੁਖੀ ਹੈ। ਉਸ ਦੇ ਸਰੀਰ ਨੂੰ ਕੋੜ ਹੋਇਆ ਹੈ ਔਰ ਸਰੀਰ ਦੀ ਹਾਲਤ ਐਸੀ ਹੈ ਕਿ ਹੱਥਾਂ ਨਾਲ ਇੱਕ ਰੋਟੀ ਦੀ ਬੁਰਕੀ ਵੀ ਆਪਣੇ ਮੂੰਹ ਵਿੱਚ ਨਹੀਂ ਪਾ ਸਕਦਾ, ਪੈਰਾਂ ਨਾਲ ਚੱਲ ਨਹੀਂ ਸਕਦਾ। ਹੱਥਾਂ ਪੈਰਾਂ ਤੇ ਜ਼ਖਮ ਬਣੇ ਹੋਏ ਨੇ, ਲਹੂ ਚੋ ਰਿਹਾ ਹੈ, ਮੱਖੀਆਂ ਭਿਣਕ ਰਹੀਆਂ ਨੇ। ਸਾਰੇ ਲੋਕ ਬੜੀ ਗਿਲਾਨੀ, ਬੜੀ ਨਫ਼ਰਤ ਕਰਦੇ ਨੇ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਦਇਆਲਤਾ ਨੂੰ ਸੁਣ ਕੇ ਇਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਹੈ, ਜਿਸ ਦਾ ਨਾਮ ਹੈ ਪ੍ਰੇਮਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਮਨ ਹੀ ਮਨ ਬੇਨਤੀਆਂ ਕਰ ਰਿਹਾ ਹੈ, ਕਿਉਂਕਿ ਇਹ ਗੁਰੂ ਘਰ ਦੀ ਦਰਸ਼ਨੀ ਡਿਉੜੀ ਤੇ ਬਾਹਰਲੇ ਦਰਵਾਜ਼ੇ ਤੇ ਬੈਠਾ ਹੈ। ਕੁਝ ਸਿੱਖਾਂ ਨੇ ਕਿਹਾ, ਭਾਈ ਤੂੰ ਅੰਦਰ ਨਹੀਂ ਜਾ ਸਕਦਾ। ਸੋ ਮਨ ਵਿੱਚ ਬੜਾ ਬੈਰਾਗ ਹੈ, ਬੜਾ ਉਦਾਸ ਹੈ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰ ਰਿਹਾ ਹੈ। ਔਰ ਇੱਕ ਸ਼ਬਦ ਆਪਣੇ ਮੁਖ ਤੋਂ ਬੋਲਦਾ ਹੈ, ਬੁਝ ਗਿਆ ਕਛੋਟਾ ਲੱਧਾ। ਮੇਰਾ ਗਵਾਚਾ ਹੋਇਆ ਜਿਹੜਾ ਕਛੋਟਾ ਹੈ ਮੈਨੂੰ ਲੱਭ ਗਿਆ। ਬੜੇ ਪ੍ਰੇਮ ਵਿੱਚ, ਬੜੇ ਭਾਵ ਦੇ ਵਿੱਚ ਇਹ ਸ਼ਬਦ ਬੋਲਦਾ ਹੈ। ਭਾਵੇਂ ਸੰਗਤਾਂ ਨੂੰ ਕਈ ਵਾਰੀ ਇਹਦੇ ਜਿਹੜੇ ਸ਼ਬਦ ਨੇ ਸਮਝ ਵਿੱਚ ਨਹੀਂ ਪੈਂਦੇ, ਜੇ ਕੋਈ ਸਮਝਦਾ ਵੀ ਹੈ ਉਹਦਾ ਮਤਲਬ ਕੀ ਹੈ, ਭਾਵ ਕੀ ਹੈ, ਇਹ ਨਹੀਂ ਪਤਾ ਹੈ। ਸੋ ਇਸ ਤਰ੍ਹਾਂ ਕੁਝ ਗੁਰਸਿੱਖਾਂ ਦੇ ਮਨ ਵਿੱਚ ਬੜੀ ਦਇਆ ਆਈ। ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਇੱਕ ਬਹੁਤ ਦੁਖੀ ਵਿਅਕਤੀ, ਇੱਕ ਕੁਸ਼ਟ ਰੋਗੀ ਇਸ ਤਰ੍ਹਾਂ ਦੇ ਬਚਨ ਬੋਲਦਾ ਹੋਇਆ ਆਪ ਜੀ ਨੂੰ ਬੜਾ ਯਾਦ ਕਰਦਾ ਹੈ, ਪਰ ਸਾਨੂੰ ਸਮਝ ਨਹੀਂ ਹੈ, ਪਤਾ ਨਹੀਂ ਹੈ ਕਿ ਉਹ ਬੋਲਦਾ ਕੀ ਹੈ। ਤਾਂ ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਾਨੂੰ ਪਤਾ ਹੈ ਉਹ ਕੀ ਬੋਲਦਾ ਹੈ, ਉਹਦੇ ਸ਼ਬਦਾਂ ਦਾ ਕੀ ਭਾਵ ਹੈ, ਉਹਦੇ ਅੰਦਰ ਦੀ ਕੀ ਅਵਸਥਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਹੁਣ ਇਸ ਪ੍ਰੇਮੀ ਕੋੜੀ ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਇਹ ਦਰਸ਼ਨੀ ਡਿਉੜੀ ਦੇ ਬਾਹਰ ਬੈਠਾ ਹੀ ਸਤਿਗੁਰਾਂ ਨੂੰ ਯਾਦ ਕਰ ਰਿਹਾ, ਬੇਨਤੀਆਂ ਕਰ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਹੁਣ ਇਸ ਤੇ ਕਿਵੇਂ ਕਿਰਪਾ ਕਰਦੇ ਨੇ, ਕਿਸ ਤਰ੍ਹਾਂ ਦੀ ਬਖਸ਼ਿਸ਼ ਇਸ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹਦੀ ਜਿਹੜੀ ਅਵਸਥਾ ਹੈ ਆਪਾਂ ਸਰਵਣ ਕਰ ਚੁੱਕੇ ਹਾਂ। ਇਹਨੇ ਅਰਦਾਸ ਕੀਤੀ ਹੈ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਹੁਣ ਮੈਂ ਆਪ ਜੀ ਦੇ ਦਰ ਤੋਂ, ਆਪ ਜੀ ਦੇ ਦਰਸ਼ਨ ਕੀਤਿਆਂ ਬਿਨਾਂ ਨਹੀਂ ਜਾਵਾਂਗਾ, ਚਾਹੇ ਮੇਰੀ ਇੱਥੇ ਮੌਤ ਕਿਉਂ ਨਾ ਹੋ ਜਾਏ, ਮਰ ਜਾਵਾਂਗਾ, ਤੁਹਾਡਾ ਦਰ ਨਹੀਂ ਛੱਡਾਂਗਾ। ਇੰਨੀ ਭਾਵਨਾ, ਏਡਾ ਨਿਸ਼ਚਾ ਇਹਦਾ ਬਣ ਗਿਆ। ਤੋ ਜਦੋਂ ਐਸਾ ਨਿਸ਼ਚਾ ਪ੍ਰਾਪਤ ਹੋ ਜਾਏ, ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਵੇਂ ਬਖਸ਼ਿਸ਼ਾਂ ਵਰਤਾਉਂਦੇ ਨੇ, ਇਹ ਸਾਰੀ ਆਨੰਦਮਈ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਲਿਖ ਰਹੇ ਨੇ। ਆਓ
ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵ੍ਰਿਤੀਆਂ ਦੀ ਇਕਾਗਰਤਾ ਨਾਲ ਇਸ ਇਤਿਹਾਸ ਨੂੰ, ਇਸ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਸਤਿਗੁਰ ਨੇ ਸਭ ਸਮਝਾਏ। ਗੁਰੂ ਕੇ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਉਹ ਪ੍ਰੇਮਾ ਕੋੜੀ ਜਿਹੜਾ ਹੈ ਨਾ, ਕੁਝ ਸ਼ਬਦ ਬੋਲਦਾ ਹੈ, ਗਿਆ ਕਛੋਟਾ ਲੱਦਾ, ਪਰ ਮਹਾਰਾਜ ਸਾਨੂੰ ਨਹੀਂ ਪਤਾ ਇਹਦਾ ਮਤਲਬ ਕੀ ਹੈ। ਸੋ ਇਸ ਤਰ੍ਹਾਂ ਦੇ ਕੁਝ ਸ਼ਬਦ ਬੋਲਦਾ ਹੈ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹਦਾ ਭਾਵ ਹੁਣ ਅਸੀਂ ਆਪ ਜੀ ਨੂੰ ਦੱਸਦੇ ਹਾਂ। ਹਮ ਜਾਣਤ ਹੈ ਜੋ ਕਛ ਗਾਏ। ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਉਹ ਕੀ ਬੋਲਦਾ ਹੈ, ਉਹ ਕੀ ਗਾਉਂਦਾ ਹੈ। ਪਰਦਾ ਬਸਤਰ ਜੋ ਮੇਰੋ ਗਇਓ। ਉਹ ਕਹਿੰਦਾ ਹੈ ਕਿ ਮੇਰਾ ਜਿਹੜਾ ਪੜਦਾ ਸੀ ਨਾ, ਗਿਆ ਹੋਇਆ, ਉਹ ਪੜਦਾ ਮੈਨੂੰ ਮਿਲ ਗਿਆ। ਪੜਦਾ ਰੂਪੀ ਬਸਤਰ ਭਾਵ ਜੋ ਇਹ ਦੇਹੀ ਹੈ, ਸਰੀਰ ਹੈ, ਇੱਕ ਬਸਤਰ ਹੈ, ਇੱਕ ਕੱਪੜਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਕਿ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਹ ਕੱਪੜਾ ਮਿਲਦਾ ਹੈ। ਕੱਪੜਾ ਕਹਿੰਦੇ ਸਰੀਰ ਨੂੰ, ਇਹ ਦੇਹੀ, ਇਹ ਮਨੁੱਖਾ ਦੇਹੀ ਜਿਹੜੀ ਹੈ ਵਾਹਿਗੁਰੂ ਦੇ ਫਜ਼ਲ ਨਾਲ ਪ੍ਰਾਪਤ ਹੁੰਦੀ ਹੈ। ਤੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਸਿੱਖੋ, ਉਹ ਪ੍ਰੇਮਾ ਇਹ ਕਹਿ ਰਿਹਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੁਣ ਮੈਨੂੰ ਮੇਰਾ ਸਰੀਰ ਰੂਪੀ ਕੱਪੜਾ ਵਾਪਸ ਮਿਲ ਗਿਆ ਹੈ। ਸਾਧ ਸੰਗਤ ਜੀ ਦੇਖੋ ਉਹਦਾ ਨਿਸ਼ਚਾ। ਹਾਲੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ, ਹਾਲੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਇਹਦੇ ਤੇ ਨਹੀਂ ਹੋਈ, ਹਾਲੇ ਇਹਦਾ ਸਰੀਰ ਰੋਗੀ ਹੈ, ਪਰ ਇਹਨੂੰ ਨਿਸ਼ਚਾ ਹੈ, ਕਹਿੰਦਾ ਕਿ ਹੁਣ ਤਾਂ ਕੋਈ ਚਿੰਤਾ ਨਹੀਂ, ਹੁਣ ਤਾਂ ਸਮਝ ਲਓ ਮੇਰਾ ਸਰੀਰ ਠੀਕ ਹੋ ਗਿਆ। ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਸਰੀਰ ਰੂਪੀ ਜਿਹੜਾ ਬਸਤਰ ਹੈ ਮੈਨੂੰ ਪ੍ਰਾਪਤ ਹੋ ਗਿਆ ਹੈ। ਪਨ ਗੁਰ ਸੋ ਮੁਝ ਪ੍ਰਾਪਤ ਭਇਓ। ਮਹਾਰਾਜ ਕਹਿੰਦੇ ਫਿਰ ਉਹਦੇ ਮਨ ਵਿੱਚ ਇਹ ਭਾਵ ਹੈ ਕਿ ਮੈਨੂੰ ਹੁਣ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਹੁਣ ਗੁਰੂ ਸਮਰੱਥ ਹੈ ਤੇ ਸਮਰੱਥ ਗੁਰੂ ਦੀ ਕਿਰਪਾ ਨਾਲ ਹੁਣ ਮੇਰਾ ਸਰੀਰ ਜਿਹੜਾ ਹੈ ਇਹ ਤੰਦਰੁਸਤ ਹੋ ਜਾਏਗਾ, ਇਹ ਬਿਲਕੁਲ ਨਰੋਆ ਬਣ ਜਾਵੇਗਾ। ਮੋਹ ਕਹੋ ਪਾਇਓ ਤਾਹੇ ਸੋ ਗਾਵੇ। ਇਸ ਕਰਕੇ ਮਹਾਰਾਜ ਕਹਿੰਦੇ, ਮੌਕਾ ਪਾਇਓ, ਉਸਨੇ ਸਾਨੂੰ ਪਾ ਲਿਆ ਹੈ, ਉਹਦੀ ਪ੍ਰੇਮ ਦੀ ਡੋਰ ਵਿੱਚ ਅਸੀਂ ਵੱਜ ਗਏ ਹਾਂ, ਉਹਨੇ ਸਾਨੂੰ ਵਸ ਕਰ ਲਿਆ ਹੈ। ਇਸ ਤਰ੍ਹਾਂ ਗੁਰੂ ਦੀ ਪ੍ਰਾਪਤੀ ਕਰਕੇ ਉਹ ਇਹ ਬਚਨ ਬੋਲ ਰਿਹਾ ਹੈ। ਸਭ ਲੋਕਨ ਕੋ ਟੇਰ ਸੁਣਾਵੇ। ਇਸ ਕਰਕੇ ਸਾਰੇ ਲੋਕਾਂ ਨੂੰ ਟੇਰ ਨਾਮ ਉੱਚੀ ਉੱਚੀ ਬੋਲ ਕੇ ਸੁਣਾਉਂਦਾ ਹੈ। ਮੈਂ ਜਾਣਤ ਹਾਂ ਤਿਸ ਕੋ ਪ੍ਰੇਮ। ਮਹਾਰਾਜ ਕਹਿੰਦੇ, ਭਾਈ ਸਿੱਖੋ, ਅਸੀਂ ਉਸ ਦਾ ਜਿਹੜਾ ਪ੍ਰੇਮ ਹੈ ਨਾ, ਅੰਦਰ ਦੀ ਅਵਸਥਾ, ਉਹ ਜਾਣਦੇ ਹਾਂ। ਜਿਸੇ ਪ੍ਰੇਮ ਤੇ ਪ੍ਰਾਪਤ ਸ਼ੇਮ। ਮਹਾਰਾਜ ਕਹਿੰਦੇ, ਜਿਹੜਾ ਉਸ ਦੇ ਅੰਦਰ ਪ੍ਰੇਮ ਹੈ ਨਾ, ਉਸ ਪ੍ਰੇਮ ਸਦਕਾ ਇਸ ਜੀਵ ਨੂੰ ਖੇਮ ਪ੍ਰਾਪਤ ਹੁੰਦੀ ਹੈ। ਖੇਮ ਕਹਿੰਦੇ ਨੇ ਸਾਧ ਸੰਗਤ ਜੀ, ਮੁਕਤੀ, ਜਨਮ ਮਰਨ ਤੋਂ ਛੁਟਕਾਰਾ। ਮਹਾਰਾਜ ਕਹਿੰਦੇ ਇਸ ਪ੍ਰੇਮ ਸਦਕਾ ਜਨਮ ਮਰਨ ਤੋਂ ਛੁਟਕਾਰਾ ਮਿਲਦਾ ਹੈ ਔਰ ਇਹ ਜੀਵ ਸਦੀਵ ਕਾਲ ਉਸ ਵਾਹਿਗੁਰੂ ਵਿੱਚ ਲੀਨਤਾ ਪਾ ਲੈਂਦਾ ਹੈ। ਇਸ ਪ੍ਰਕਾਰ ਦਿਨ ਕੇਤਕ ਬਿਤਾਏ। ਇਸ ਪ੍ਰਕਾਰ ਕਹਿੰਦੇ ਕੁਝ ਕੁ ਦਿਨ ਬਤੀਤ ਹੋਏ ਨੇ। ਜੇ ਚਾਹਣ ਤਾਂ ਸਤਿਗੁਰੂ ਜੀ ਉਸ ਨੂੰ ਉਸੇ ਵੇਲੇ ਹੀ ਬੁਲਾ ਸਕਦੇ ਸਨ, ਪਰ ਸੱਚੇ ਪਾਤਸ਼ਾਹ ਜੀ ਇਸ ਪ੍ਰੇਮ ਦੀ ਖੇਡ ਨੂੰ ਸੰਗਤ ਵਿੱਚ ਪ੍ਰਗਟ ਕਰਨਾ ਚਾਹੁੰਦੇ ਨੇ ਔਰ ਇਹ ਦੱਸਣਾ ਚਾਹੁੰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਇਸ ਤਰ੍ਹਾਂ ਦਾ ਸਿਦਕ, ਇਸ ਤਰ੍ਹਾਂ ਦਾ ਨਿਸ਼ਚਾ, ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ ਜਿਵੇਂ ਉਸ ਪ੍ਰੇਮੇ ਦੇ ਅੰਦਰ ਹੈ। ਸੋ ਇਸ ਕਰਕੇ ਕਹਿੰਦੇ ਕੁਝ ਕੁ ਦਿਨ ਮਹਾਰਾਜ ਜੀ ਨੇ ਖੇਲ ਵਰਤਾਇਆ ਹੈ। ਉੱਚੇ ਟੇਰਤ ਗੁਰੂ ਸੁਨਾਏ। ਇਉਂ ਕਹਿੰਦੇ ਉੱਚੀ ਉੱਚੀ ਬੋਲ ਕੇ
ਇਹਦਾ ਯਤਨ ਹੈ ਕਿ ਸਤਿਗੁਰਾਂ ਤੱਕ ਮੇਰੀ ਆਵਾਜ਼ ਪਹੁੰਚ ਜਾਵੇ। ਜਬ ਹੈ ਪ੍ਰੇਮ ਨੇ ਵਿਆਕੁਲ ਕਰਿਓ। ਇਉਂ ਕਹਿੰਦੇ ਜਦੋਂ ਪ੍ਰੇਮ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਵਿਆਕੁਲ ਕਰ ਦਿੱਤਾ ਹੈ, ਔਰ ਇਸ ਦੇ ਅੰਦਰ ਵੀ ਸਤਿਗੁਰਾਂ ਦਾ ਪ੍ਰੇਮ ਐਸਾ ਹੈ, ਇਹਦੀ ਅਵਸਥਾ ਵੀ ਬੜੀ ਵਿਆਕੁਲ ਹੋਈ ਹੈ। ਨਹਿ ਸੁਧ ਦੇਹ ਰਹਿਓ ਧਾਰ ਪਰਿਓ। ਕਹਿੰਦੇ ਕਦੇ ਕਦੇ ਇੰਨਾ ਵਿਆਕੁਲ ਹੋ ਜਾਂਦਾ ਹੈ, ਆਪਣੇ ਸਰੀਰ ਦੀ ਵੀ ਸੁੱਧ ਨਹੀਂ ਰਹਿੰਦੀ, ਬੇਹੋਸ਼ ਹੋ ਕੇ ਬੇਸ਼ੁੱਧ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਜਿਸ ਉਰ ਕੀ ਲੱਖ ਅੰਤਰ ਜਾਮੀ। ਉਸ ਦੇ ਉਰ ਨਾਮ ਹਿਰਦਾ, ਲੱਖ ਨਾਮ ਜਾਣਨਾ। ਅੰਤਰਜਾਮੀ ਕਹਿੰਦੇ ਜੋ ਅੰਦਰ ਦੀ ਜਾਣਨ ਵਾਲਾ ਹੈ। ਅੰਦਰ ਦੀ ਜਾਣਨ ਵਾਲੇ ਸਮਰੱਥ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੇ ਐਸੇ ਪਰਮ ਉੱਚ ਪ੍ਰੇਮ ਨੂੰ, ਉਸ ਦੀ ਵਿਆਕਲਤਾ ਨੂੰ, ਉਸ ਦੇ ਅੰਦਰ ਦੇ ਭਾਵ ਨੂੰ ਜਾਣਦਿਆਂ ਹੋਇਆਂ ਕਹਿੰਦੇ ਬਖਸ਼ਿਸ਼ ਕਰ ਦਿੱਤੀ। ਸਰਬ ਕਲਾ ਸਮਰੱਥ ਗੁਰ ਸੁਆਮੀ। ਜੋ ਸਰਬ ਕਲਾ ਸਮਰੱਥ ਹਨ, ਜੋ ਗੁਰੂ ਹਨ। ਸਾਧ ਸੰਗਤ ਜੀ, ਗੁਰੂ ਦਾ ਮਤਲਬ ਹੀ ਹੁੰਦਾ ਹੈ ਜੋ ਆਪਣੇ ਸੇਵਕ ਦੇ, ਸਿੱਖ ਦੇ ਦੁੱਖ ਨੂੰ ਖਤਮ ਕਰ ਦੇਵੇ। ਕਿਉਂਕਿ ਜੀਵ ਦੇ ਦੁੱਖ ਦਾ ਜਿਹੜਾ ਕਾਰਨ ਹੈ, ਇਹ ਜੀਵ ਦੀ ਅਵਿਦਿਆ ਹੈ। ਅਵਿਦਿਆ ਕਰਕੇ ਹੀ ਇਹ ਦੁੱਖ ਨੂੰ ਅਨੁਭਵ ਕਰਦਾ ਹੈ। ਵੈਸੇ ਤਾਂ ਇਹ ਆਨੰਦ ਸਰੂਪ ਹੈ, ਸਤ ਸਰੂਪ ਹੈ, ਚਿੱਤ ਸਰੂਪ ਹੈ, ਪਰ ਫਿਰ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ। ਹਾਲਾਂਕਿ ਸਾਡਾ ਜਿਹੜਾ ਸਰੂਪ ਹੈ ਇਹ ਦੁੱਖ ਤੋਂ ਪਰੇ ਹੈ, ਸਾਨੂੰ ਦੁੱਖ ਨਾਲ ਕੋਈ ਵਾਸਤਾ ਨਹੀਂ ਹੈ, ਪਰ ਫਿਰ ਵੀ ਅਸੀਂ ਦੁਖੀ ਹੁੰਦੇ ਹਾਂ। ਇਹ ਕਿਉਂ ਹੁੰਦੇ ਹਾਂ? ਇਹ ਅਗਿਆਨਤਾ ਕਰਕੇ। ਤੋ ਕਹਿੰਦੇ ਜੋ ਸਤਿਗੁਰੂ ਜੀ ਹਨ, ਇਹ ਸੇਵਕ ਦੇ ਅੰਦਰੋਂ, ਸਿੱਖ ਦੇ ਅੰਦਰੋਂ ਅਗਿਆਨਤਾ ਤੇ ਅਵਿਦਿਆ ਦਾ ਨਾਸ਼ ਕਰਾ ਦਿੰਦੇ ਨੇ। ਇਸ ਕਰਕੇ ਗੁਰੂ ਸ਼ਬਦ ਦੀ ਵਿਆਖਿਆ ਵੀ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤੀ ਹੈ। ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਕਹਿੰਦੇ ਗੁਰੂ ਸ਼ਬਦ ਦੇ ਗੱਗੇ ਦਾ ਅਰਥ ਹੈ ਅਗਿਆਨਤਾ, ਹਨੇਰਾ। ਗੁਰੂ ਸ਼ਬਦ ਦੇ ਅਰਾਰੇ ਦਾ ਅਰਥ ਹੈ ਗਿਆਨ ਔਰ ਪ੍ਰਕਾਸ਼। ਕਹਿੰਦੇ ਉਸ ਹਸਤੀ ਨੂੰ ਗੁਰੂ ਕਹਿੰਦੇ ਨੇ। ਗੁਰੂ ਕਿਸੇ ਤਸਵੀਰ ਦਾ, ਕਿਸੇ ਸਰੀਰ ਦਾ, ਕਿਸੇ ਸਥੂਲ ਵਸਤੂ ਦਾ ਨਾਮ ਨਹੀਂ। ਗੁਰੂ ਕਿਸੇ ਭੇਖ ਜਾਂ ਲਿਬਾਸ ਦਾ ਨਾਮ ਨਹੀਂ। ਗੁਰੂ ਇੱਕ ਉਹ ਮਹਾਨ ਸ਼ਕਤੀ ਹੈ ਜੋ ਆਪਣੇ ਸੇਵਕ ਸਿੱਖ ਦੇ ਅੰਦਰੋਂ ਅਗਿਆਨਤਾ ਨੂੰ, ਅਵਿਦਿਆ ਨੂੰ ਖਤਮ ਕਰਾ ਕੇ ਗਿਆਨ ਦਾ ਪ੍ਰਕਾਸ਼ ਕਰਾ ਦਿੰਦੀ ਹੈ। ਉਸ ਮਹਾਨ ਹਸਤੀ ਦਾ ਨਾਮ ਗੁਰੂ ਹੈ। ਇਸ ਕਰਕੇ ਕਹਿੰਦੇ ਨੇ ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਇਸ ਕਰਕੇ ਕੁਝ ਪ੍ਰਾਚੀਨ ਵਿਦਵਾਨਾਂ ਦਾ ਵੀ ਖਿਆਲ ਹੈ ਵਾਗੁ ਸ਼ਬਦ ਹੀ ਸਮੰਗਿਅਮ ਤਮ ਨਿਰੋਧਕ ਵਾਚਕ ਰੂ ਸ਼ਬਦੋ ਗੁਰੂ ਦੇ ਤਦੀ ਲਕਸ਼ਣਮ। ਕਹਿੰਦੇ ਜੋ ਸੇਵਕ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਾ ਦੇਵੇ, ਉਸ ਮਹਾਨ ਹਸਤੀ ਨੂੰ ਗੁਰੂ ਕਹਿੰਦੇ ਨੇ। ਇਹ ਗੁਰੂ ਦਾ ਲਕਸ਼ਣ ਹੈ, ਇਹ ਗੁਰੂ ਦਾ ਜੀਵਨ ਹੈ, ਗੁਰੂ ਦੀ ਸਮਰੱਥਾ ਹੈ। ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨ ਨੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਇਉਂ ਕਹਿੰਦੇ ਹੁਣ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਸ ਦੇ ਅੰਦਰ ਦੀ ਅਗਿਆਨਤਾ, ਅਵਿਦਿਆ ਨੂੰ ਖਤਮ ਕਰਕੇ ਇਸ ਦੇ ਦੁੱਖਾਂ ਦੀ ਨਿਵ੍ਰਿੱਤੀ ਕਰਾ ਦਿੱਤੀ। ਜਾਣਿਓ ਭਗਤ ਪ੍ਰੇਮ ਜਿਹ ਜਗ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜਾਣ ਲਿਆ ਹੈ ਕਿ ਇਹਦੇ ਅੰਦਰ ਪ੍ਰੇਮ ਹੈ, ਇਹਦੇ ਅੰਦਰ ਭਗਤੀ ਹੈ। ਪ੍ਰੇਮਾ ਭਗਤੀ ਇਹਦੇ ਅੰਦਰ ਜਾਗ ਗਈ ਹੈ, ਪ੍ਰੇਮਾ ਭਗਤੀ ਇਹਨੂੰ ਪ੍ਰਾਪਤ ਹੋ ਗਈ ਹੈ। ਇਸ ਤਰ੍ਹਾਂ ਸਮਰੱਥ ਗੁਰੂ ਸੁਆਮੀ ਨੇ ਇਸ ਦੀ ਆਤਮਿਕ ਅਵਸਥਾ ਨੂੰ ਜਾਣਿਆ ਹੈ। ਅਪਰਿਆਸਰੂ ਮਨ ਕਰ ਤਿਆਗ। ਔਰ ਇਸ ਨੇ ਹੋਰ ਕੋਈ ਵੀ ਜਿਹੜਾ ਆਸਰਾ ਸੀ ਨਾ, ਮਨ ਦੇ ਵਿੱਚੋਂ ਤਿਆਗ ਦਿੱਤਾ ਹੈ। ਕਿਉਂਕਿ ਜਿੰਨਾ ਚਿਰ ਮਨ ਵਿੱਚ ਵੀ ਕੋਈ ਹੋਰ ਖਿਆਲ ਹੋਵੇ ਨਾ, ਕਹਿੰਦੇ ਉਨਾ ਚਿਰ ਵੀ ਗੁਰੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ। ਜਦੋਂ ਮਨ ਵਿੱਚ ਹੀ ਖਿਆਲ ਪਰਪੱਕ ਹੋ ਜਾਏ ਨਾ ਕਿ ਸਤਿਗੁਰੂ ਜੀ ਚਾਹੇ ਸੁੱਖ ਹੈ ਚਾਹੇ ਦੁੱਖ ਹੈ,
ਚਾਹੇ ਰੋਗ ਹੈ, ਚਾਹੇ ਤੰਦਰੁਸਤੀ ਹੈ, ਚਾਹੇ ਅਮੀਰੀ ਹੈ, ਚਾਹੇ ਗਰੀਬੀ ਹੈ, ਤੇਰੇ ਦਰ ਨੂੰ ਛੱਡ ਕੇ ਮੈਂ ਕਿਧਰੇ ਨਹੀਂ ਜਾਣਾ। ਮਨ ਵਿੱਚ ਜਦੋਂ ਐਸਾ ਨਿਸ਼ਚਾ ਬਣ ਜਾਏ ਤਾਂ ਉਸ ਵੇਲੇ ਕਹਿੰਦੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਹੁਣ ਸਤਿਗੁਰੂ ਜੀ ਨੇ ਦੇਖ ਲਿਆ ਕਿ ਇਹਦੇ ਮਨ ਵਿੱਚ ਹੁਣ ਪੂਰਾ ਨਿਸ਼ਚਾ ਹੈ, ਇਹਦੇ ਮਨ ਵਿੱਚ ਹੁਣ ਹੋਰ ਕਿਸੇ ਤੇ ਕੋਈ ਆਸਰਾ ਨਹੀਂ ਹੈ। ਥਾਉ ਨਿਥਾਮਣ ਮਾਨ ਨਿਮਾਣ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਸਮਰੱਥ ਨੇ, ਐਸੀਆਂ ਬਖਸ਼ਿਸ਼ਾਂ ਦੇ ਦਾਤੇ ਨੇ, ਨਿਥਾਵਿਆਂ ਨੂੰ ਥਾਂ ਦੇਣ ਵਾਲੇ ਨੇ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹਨ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਬਾਣੀ ਦਾ ਇਹ ਮੁੱਖ ਵਾਕ ਹੈ। ਜਗਿਆਸੂ ਦੀ ਇਹ ਨਿਸ਼ਚੇ ਵਾਲੀ ਭਾਵਨਾ ਸਤਿਗੁਰਾਂ ਨੇ ਕਥਨ ਕੀਤੀ ਹੈ। ਇਹ ਮੇਰੇ ਮਾਲਕ ਵਾਹਿਗੁਰੂ, ਮੈਨੂੰ ਦਾਸ ਨੂੰ ਸੇਵਕ ਨੂੰ ਤੇਰਾ ਹੀ ਮਾਣ ਹੈ, ਔਰ ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਨਿਥਾਵਿਆਂ ਨੂੰ ਥਾਂ ਬਖਸ਼ਣ ਵਾਲਾ ਹੈ, ਨਚੀਜਿਆਂ ਨੂੰ ਜਿਸ ਨੂੰ ਕੋਈ ਜਾਣਦਾ ਨਹੀਂ ਹੈ ਉਸ ਤੇ ਅਨੰਤ ਬਖਸ਼ਿਸ਼ਾਂ ਕਰਨ ਵਾਲਾ ਹੈ। ਮਾਣ ਨਿਮਾਣੇ ਤੂੰ ਧਣੀ, ਤੇਰਾ ਪ੍ਰਵਾਸਾ, ਬਿਨ ਸਾਚੇ ਅੰਧ ਟੇਕ ਹੈ, ਸੋ ਜਾਣੋ ਕੱਚਾ। ਕਹਿੰਦੇ ਜਿਸ ਦੀ ਸੱਚੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਤੇ ਟੇਕ ਹੈ, ਆਸਰਾ ਹੈ, ਉਸ ਨੂੰ ਕੱਚਾ ਜਾਣੋ। ਸੋ ਐਸੀ ਅਵਸਥਾ ਤੇ ਬਖਸ਼ਿਸ਼ ਨਹੀਂ ਹੁੰਦੀ। ਸੋ ਹੁਣ ਪ੍ਰੇਮੇ ਦੀ ਇਹ ਭਾਵਨਾ ਵਾਲੀ, ਸਿਦਕ ਵਾਲੀ ਅੰਤਰੀਵ ਅਵਸਥਾ ਨੂੰ ਸਤਿਗੁਰਾਂ ਨੇ ਜਾਣ ਲਿਆ ਹੈ। ਇਸ ਬਿਰਧ ਕੋ ਨਿਜ ਬਿਰਧ ਪਛਾਨ। ਇਸ ਤਰ੍ਹਾਂ ਦਾ ਕਹਿੰਦੇ ਆਪਣਾ ਜੋ ਬਿਰਧ ਹੈ, ਸੁਭਾਵ ਹੈ, ਸਤਿਗੁਰਾਂ ਨੇ ਜਾਣਿਆ ਹੈ। ਭਏ ਪ੍ਰਸੰਨ ਸਭਨ ਸੋ ਕਹਾ। ਔਰ ਸਤਿਗੁਰੂ ਜੀ ਐਸੇ ਪ੍ਰਸੰਨ ਹੋਏ, ਸਾਰੀਆਂ ਸਿੱਖ ਸੰਗਤਾਂ ਨੂੰ, ਗੁਰਮੁਖਾਂ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਕਿਹਾ, ਤਿਸ ਕੋ ਲੈ ਆਵਹੁ ਅਬ ਇਹਾਂ। ਮਹਾਰਾਜ ਕਹਿੰਦੇ ਭਾਈ ਜਾਓ ਉਸ ਕੁਸ਼ਟ ਨੂੰ, ਉਸ ਰੋਗੀ ਨੂੰ, ਉਸ ਦੁਖੀ ਨੂੰ ਸਾਡੇ ਪਾਸ ਲੈ ਕੇ ਆਵੋ। ਹਮਰੇ ਮੱਜਨ ਕੋ ਜਲ ਜਹਵਾ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਉਸ ਨੂੰ ਉੱਥੇ ਲੈ ਕੇ ਜਾਣਾ ਹੈ ਜਿੱਥੇ ਸਾਡੇ ਮੱਜਣ ਵਾਸਤੇ ਜਲ ਪਿਆ। ਮੱਜਣ ਕਹਿੰਦੇ ਇਸ਼ਨਾਨ। ਮਹਾਰਾਜ ਕਹਿੰਦੇ ਜਿਸ ਜਲ ਨਾਲ ਅਸੀਂ ਇਸ਼ਨਾਨ ਕਰਦੇ ਹਾਂ ਨਾ, ਉੱਥੇ ਪਹਿਲਾਂ ਉਸ ਨੂੰ ਲੈ ਕੇ ਜਾਵੋ। ਸੰਚਤ ਟਿਕਿਓ ਲਿਜਾਵੋ ਤਹਵਾ। ਮਹਾਰਾਜ ਕਹਿੰਦੇ ਉੱਥੇ ਸਾਡੇ ਇਸ਼ਨਾਨ ਕਰਨ ਵਾਲਾ ਜਲ ਪਿਆ ਹੈ, ਉੱਥੇ ਲਿਜਾ ਕੇ ਉਸ ਦਾ ਇਸ਼ਨਾਨ ਕਰਾਵੋ। ਨੀਕੇ ਜਾਏ ਇਸ਼ਨਾਨ ਹੈ ਇਹੀ। ਮਹਾਰਾਜ ਕਹਿੰਦੇ ਇਸ ਦਾ ਇਸ਼ਨਾਨ ਕਰਵਾਉਣਾ ਹੈ। ਹੋਏ ਜਾਏਗੀ ਸੁਧ ਸਭ ਦੇਹੀ। ਸਤਿਗੁਰਾਂ ਨੇ ਦੇਖੋ ਬਚਨ ਕਰ ਦਿੱਤੇ ਨੇ, ਕਿਉਂਕਿ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਇੱਕ ਇੱਕ ਵਾਕ, ਇੱਕ ਇੱਕ ਸ਼ਬਦ ਅਟਲ ਹੈ। ਸੋ ਮਹਾਰਾਜ ਕਹਿੰਦੇ ਭਾਈ ਪਹਿਲਾਂ ਇਸ ਨੂੰ ਉੱਥੇ ਲੈ ਕੇ ਜਾਓ ਜਿੱਥੇ ਸਾਡੇ ਇਸ਼ਨਾਨ ਕਰਨ ਵਾਲਾ ਜਲ ਹੈ, ਉਸ ਜਲ ਨਾਲ ਇਸ ਨੂੰ ਇਸ਼ਨਾਨ ਕਰਾਓ, ਇਹਦਾ ਸਰੀਰ ਤੰਦਰੁਸਤ ਹੋ ਜਾਵੇਗਾ। ਰੰਗ ਮਜੀਠੀ ਅੰਬਰ ਲਿਆਵੋ। ਮਹਾਰਾਜ ਕਹਿੰਦੇ ਮਜੀਠੀ ਰੰਗ ਦਾ ਅੰਬਰ ਲਿਆਉਣਾ ਹੈ। ਬ੍ਰਿਜ ਭਾਸ਼ਾ 'ਚ ਅੰਬਰ ਕਹਿੰਦੇ ਨੇ ਕੱਪੜੇ ਨੂੰ, ਕਹਿੰਦੇ ਮਜੀਠ ਰੰਗ ਦਾ ਕੱਪੜਾ, ਕਿਉਂਕਿ ਸਾਧ ਸੰਗਤ ਜੀ ਮਜੀਠ ਇੱਕ ਰੰਗ ਹੁੰਦਾ ਜਿਹੜਾ ਪੱਕਾ ਰੰਗ ਹੁੰਦਾ ਹੈ। ਸੋ ਮਜੀਠ ਸਾਧ ਸੰਗਤ ਜੀ ਸੰਸਕ੍ਰਿਤ ਦਾ ਲਫ਼ਜ਼ ਹੈ ਮੰਜੀਠਸ। ਸੋ ਮੰਜੀਠਸ ਇੱਕ ਵੇਲ ਹੁੰਦੀ ਹੈ, ਉਸ ਵੇਲ ਦੀ ਜਿਹੜੀ ਡੰਡੀ ਹੈ ਉਹਦੇ ਵਿੱਚੋਂ ਇੱਕ ਰੰਗ ਨਿਕਲਦਾ ਜਿਹੜਾ ਬੜਾ ਪੱਕਾ ਹੁੰਦਾ, ਉਸ ਨੂੰ ਕਿੰਨਾ ਵੀ ਕੋਈ ਬਦਲਣਾ ਚਾਹੇ, ਜੇ ਕੱਪੜੇ ਨੂੰ ਲੱਗ ਜਾਏ ਉਹ ਰੰਗ ਉਤਰਦਾ ਨਹੀਂ ਹੈ। ਉਹ ਮੰਜੀਠਸ ਇੱਕ ਵੇਲ ਹੈ, ਉਸ ਵੇਲ ਦੀ ਡੰਡੀ ਵਿੱਚੋਂ ਇਹ ਰੰਗ ਜਿਹੜਾ ਲੱਗਦਾ ਹੈ, ਸੋ ਉਸ ਨੂੰ ਮੰਜੀਠ ਰੰਗ ਕਹਿੰਦੇ, ਪੱਕਾ ਰੰਗ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮੰਜੀਠ ਰੰਗ ਦਾ ਕੱਪੜਾ ਉਸ ਤੇ ਪਹਿਨਾਉਣਾ ਹੈ। ਸਰਬ ਸਰੀਰ ਇਸੇ ਪਹਿਰਾਵੋ। ਮਹਾਰਾਜ ਕਹਿੰਦੇ ਇਸ ਦੇ ਸਾਰੇ ਸਰੀਰ ਨੂੰ ਇੱਕ ਮਜੀਠੀ ਰੰਗ ਦੇ ਕੱਪੜੇ ਨਾਲ ਢਕਣਾ ਹੈ। ਨਖ ਸਿਖ ਲੋ ਸਾਧਨ ਕਰ ਸਾਰੇ। ਸਾਧਨ ਮੈਂ ਨਾ ਢੱਕ ਦੇਣਾ। ਮਹਾਰਾਜ ਕਹਿੰਦੇ ਪਹਿਲਾਂ ਉੱਥੇ ਇਸ਼ਨਾਨ ਕਰਾਉਣਾ ਹੈ, ਇਸ਼ਨਾਨ ਕਰਵਾ ਕੇ ਮਜੀਠੀ ਰੰਗ ਦੇ ਕੱਪੜੇ ਨਾਲ ਨਖ ਸਿਖ, ਸਿਖ ਮੈਂ ਨਾ ਸ਼ਿਖਾ, ਸ਼ਿਖਾ ਕਹਿੰਦੇ ਚੋਟੀ, ਚੋਟੀ ਮੈਂ ਨਾ ਸਿਰ ਦਾ
ਜੋ ਆਖਰੀ ਹਿੱਸਾ ਹੈ। ਨਖ ਮੈਨਾ ਨਾਖੂਨ, ਨਾਖੂਨ ਕਹਿੰਦੇ ਨਹੁੰ। ਮਹਾਰਾਜ ਕਹਿੰਦੇ ਪੈਰ ਦੇ ਅੰਗੂਠੇ ਦੀ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਸ ਦਾ ਸਾਰਾ ਸਰੀਰ ਜਿਹੜਾ ਹੈ ਉਹ ਛਾਦਨ ਕਰਨਾ, ਢੱਕ ਦੇਣਾ ਹੈ ਉਸ ਮਜੀਠੀ ਕੱਪੜੇ ਨਾਲ। ਪੁਨ ਆਨਹੁ ਤੁਮ ਨਿਕਟ ਹਮਾਰੇ। ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਸ਼ਨਾਨ ਕਰਵਾ ਕੇ ਉਸ ਕੱਪੜੇ ਨਾਲ ਇਸ ਦਾ ਸਰੀਰ ਚੰਗੀ ਤਰ੍ਹਾਂ ਢੱਕ ਕੇ ਫਿਰ ਸਾਡੇ ਪਾਸ ਉਸ ਨੂੰ ਲੈ ਕੇ ਆਵੋ। ਸੁਣ ਸਿੱਖਿਅਨ ਕਰ ਚੌਂਪ ਗਏ ਹੈ। ਉਸ ਵੇਲੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਅੰਦਰ ਇੱਕਦਮ ਬੜੀ ਚੌਂਪ, ਇੱਕਦਮ ਬੜੀ ਹੈਰਾਨੀ ਹੋਈ ਹੈ ਕਿ ਦੇਖੋ ਸਤਿਗੁਰਾਂ ਨੇ ਉਸ ਕੁਸ਼ਟ ਰੋਗੀ ਤੇ ਵੀ ਕਿੰਨੀ ਦਇਆ ਕਰ ਦਿੱਤੀ ਹੈ। ਕਹਿਓ ਉਦੈ ਤਵ ਭਾਗ ਭਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸੁਣ ਕੇ ਗੁਰਮੁਖ ਪਿਆਰੇ ਆਪਸ ਵਿੱਚ ਵਿਚਾਰ ਕਰਦੇ, ਕਹਿੰਦੇ ਦੇਖੋ ਉਸ ਕੁਸ਼ਟ ਦੇ, ਉਸ ਪ੍ਰੇਮੇ ਦੇ ਕਿੰਨੇ ਚੰਗੇ ਭਾਗ ਜਾਗੇ ਹਨ। ਇਹ ਜਲ ਜਾਏ ਇਸ਼ਨਾਨ ਕਰਾਵ। ਇਸ ਤਰ੍ਹਾਂ ਸਤਿਗੁਰਾਂ ਦੀ ਆਗਿਆ ਲੈ ਕੇ ਗੁਰੂ ਕੇ ਸੇਵਕ ਸਿੱਖਾਂ ਨੇ ਉਸ ਪ੍ਰੇਮੇ ਕੋੜੀ ਨੂੰ ਬਾਹਰੋਂ ਉਠਾਇਆ ਤੇ ਉੱਥੇ ਜਿੱਥੇ ਸਤਿਗੁਰਾਂ ਦੇ ਇਸ਼ਨਾਨ ਕਰਨ ਵਾਲਾ ਅਸਥਾਨ ਹੈ ਉੱਥੇ ਲਿਆਂਦਾ ਹੈ। ਰੰਗ ਮਜੀਠੀ ਬਸਤਰ ਓਢਾਵਾ। ਔਰ ਬੜੀ ਭਾਵਨਾ ਨਾਲ, ਸੇਵਾ ਨਾਲ ਉਸ ਦਾ ਇਸ਼ਨਾਨ ਕਰਵਾਇਆ ਔਰ ਮਜੀਠੀ ਰੰਗ ਦਾ ਕੱਪੜਾ ਸਰੀਰ ਤੇ ਪਾ ਦਿੱਤਾ ਹੈ। ਨਖ ਸਿਖ ਸਾਧਨ ਕੀਨ ਸਰੀਰ। ਸਤਿਗੁਰਾਂ ਦੇ ਹੁਕਮ ਨੂੰ ਇਨ ਬਿਨ ਮੰਨਦਿਆਂ ਹੋਇਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਸ ਕੁਸ਼ਟ ਦਾ, ਉਸ ਪ੍ਰੇਮੀ ਕੋੜੀ ਦਾ ਸਾਰਾ ਸਰੀਰ ਉਸ ਮਜੀਠੀ ਬਸਤਰ ਨਾਲ ਢੱਕ ਦਿੱਤਾ। ਲੈ ਪਹੁੰਚੇ ਪੁਨ ਸਤਿਗੁਰ ਤੀਰ। ਪੁਨ ਮੈਨਾ ਫਿਰ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ ਪੁਨ, ਔਰ ਸੰਸਕ੍ਰਿਤ ਵਿੱਚ ਵੀ ਕਹਿੰਦੇ ਪੁਨः। ਪੁਨः ਦਾ ਅਰਥ ਹੁੰਦਾ ਹੈ ਦੁਬਾਰਾ, ਫਿਰ। ਤੇ ਬ੍ਰਿਜ ਭਾਸ਼ਾ 'ਚ ਸ਼ਬਦ ਕਈ ਵਾਰੀ ਫੁਨ ਵੀ ਆਉਂਦਾ ਹੈ, ਸੋ ਇਸ ਦਾ ਭਾਵ ਹੈ ਦੁਬਾਰਾ। ਕਹਿੰਦੇ ਇਸ਼ਨਾਨ ਕਰਾ ਕੇ ਬਸਤਰ ਨਾਲ ਢੱਕ ਕੇ ਪੁਨ ਫਿਰ ਉਸ ਪ੍ਰੇਮੇ ਕੋੜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਸਨਮੁਖ ਸੰਗਤ ਵਿੱਚ ਭਰੇ ਦਰਬਾਰ ਵਿੱਚ ਲੈ ਆਂਦਾ ਹੈ। ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ। ਕਿਰਪਾ ਦੇ ਘਰ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਦ੍ਰਿਸ਼ਟੀ ਨਾਲ ਉਸ ਨੂੰ ਤੱਕਿਆ ਹੈ। ਨਿਜ ਕਰ ਸੂ ਮੁਖ ਵਹਿਰ ਨਿਕਾਲ। ਇਉਂ ਕਹਿੰਦੇ ਆਪਣੇ ਕਰ ਮੈਂ ਨਾ ਹੱਥ, ਕਹਿੰਦੇ ਨੇ ਨਾ ਕਰ ਕਮਲ, ਕਮਲ ਮੈਂ ਨਾ ਕਮਲ ਦਾ ਫੁੱਲ, ਕਰ ਮੈਂ ਨਾ ਹੱਥ, ਕਮਲਾ ਵਰਗੇ ਬੜੇ ਕੋਮਲ ਹੱਥ। ਸੋ ਵੈਸੇ ਆਪਣੇ ਮੁਬਾਰਕ ਕਰ ਕਮਲਾਂ ਨਾਲ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਦੇ ਮੁਖ ਤੋਂ ਉਹ ਬਸਤਰ ਉਠਾਇਆ ਹੈ, ਪ੍ਰੇਮੇ ਕੋੜੀ ਦੇ ਚਿਹਰੇ ਨੂੰ ਨੰਗਾ ਕੀਤਾ ਹੈ। ਦ੍ਰਿਸ਼ਟ ਪਰੀ ਸਤਿਗੁਰ ਕੀ ਜਬ। ਜਬੈ ਕਹਿੰਦੇ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦ੍ਰਿਸ਼ਟੀ ਉਸ ਪ੍ਰੇਮੇ ਕੋੜੀ ਦੇ ਚਿਹਰੇ ਤੇ ਪਈ ਹੈ। ਤਨ ਅਰੋਗ ਭਾ ਸੁੰਦਰ ਤਬ। ਉਸ ਵੇਲੇ ਕਹਿੰਦੇ ਤਨ ਅਰੋਗੀ ਹੋ ਗਿਆ ਸਾਧ ਸੰਗਤ ਜੀ, ਸਰੀਰ ਬਿਲਕੁਲ ਰਿਸ਼ਟ ਪੁਸ਼ਟ ਹੋ ਗਿਆ। ਇਹ ਸਮਰੱਥ ਗੁਰੂ ਦੀ ਸਮਰੱਥਾ ਹੈ। ਭਾਵੇਂ ਕੋਈ ਕਿੰਨਾ ਰੌਲਾ ਪਾਏ, ਮੈਂ ਬੜਾ ਸਿੱਖ ਹਾਂ, ਮੇਰੇ ਵਰਗਾ ਸਿੱਖ ਹੀ ਕੋਈ ਨਹੀਂ ਹੈ, ਤੇ ਜਦੋਂ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਸੁਣਦਾ ਹੈ ਤੇ ਫਿਰ ਸ਼ੰਕਾ ਵੀ ਕਰ ਲੈਂਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ। ਤਾਂ ਜਿਸ ਨੂੰ ਗੁਰੂ ਦੇ ਕਰਤੱਵ ਤੇ, ਗੁਰੂ ਦੀ ਸ਼ਕਤੀ ਤੇ, ਗੁਰੂ ਦੀ ਸਮਰੱਥਾ ਤੇ ਸ਼ੱਕ ਹੈ, ਉਹ ਸਿੱਖ ਨਹੀਂ ਹੈ। ਹੁਣ ਦੇਖੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਇਸ ਤਰ੍ਹਾਂ ਦੇ ਅਨੇਕਾਂ ਬਚਨ ਸਾਨੂੰ ਮਿਲਦੇ ਨੇ। ਤੋ ਸਤਿਗੁਰੂ ਜੀ ਦਾ ਬਚਨ ਹੈ, ਕਹਿੰਦੇ ਤੀਨੇ ਤਾਪ ਨਿਵਾਰਣ ਹਾਰਾ, ਦੁੱਖ ਹੰਤਾ ਸੁਖ ਰਾਸ। ਇਹ ਤਿੰਨ ਤਾਪ ਹੁੰਦੇ ਨੇ, ਆਦਿ ਵਿਆਧੀ ਤੇ ਉਪਾਧੀ। ਉਹਨਾਂ ਵਿੱਚੋਂ ਇਸ ਪ੍ਰੇਮੇ ਕੋੜੀ ਨੂੰ ਇੱਕ ਤਾਪ ਹੈ, ਇੱਕ ਰੋਗ ਹੈ ਜੋ ਸਰੀਰ ਕਰਕੇ ਇਸ ਨੂੰ ਕੋੜ ਹੋਇਆ ਹੈ। ਸਤਿਗੁਰਾਂ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਇਹਦਾ ਸਰੀਰ ਸਾਧ ਸੰਗਤ ਜੀ ਨਰੋਆ ਹੋ ਗਿਆ ਹੈ। ਇਹ ਸਮਰੱਥ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਕਮਾਲ ਹੈ। ਅਨੇਕਾਂ ਮਿਸਾਲਾਂ ਸਾਨੂੰ ਐਸੀਆਂ ਮਿਲਦੀਆਂ ਨੇ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਵਿਦਾਰਿਓ। ਜਦੋਂ ਸਤਿਗੁਰੂ ਜੀ ਕਿਰਪਾ ਕਟਾਕਸ਼ ਨਾਲ, ਮਿਹਰ ਦੀ ਨਿਗਾਹ ਨਾਲ ਆਪਣੇ ਸੇਵਕ ਨੂੰ ਦੇਖ ਲੈਂਦੇ ਨੇ, ਕਹਿੰਦੇ ਉਸ ਦਾ ਦੁੱਖ ਉਸੇ ਵੇਲੇ ਖਤਮ ਹੋ ਜਾਂਦਾ ਹੈ
ਉਹ ਦੁੱਖ ਚਾਹੇ ਮਾਨਸਿਕ ਹੈ ਚਾਹੇ ਸਰੀਰਕ ਹੈ, ਇਹ ਗੁਰਬਾਣੀ ਦਾ ਫਰਮਾਨ ਹੈ। ਐਸੀਆਂ ਅਨੇਕਾਂ ਘਟਨਾਵਾਂ ਸਾਨੂੰ ਮਿਲਦੀਆਂ ਨੇ। ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਸਾਧ ਸੰਗਤ ਜੀ ਦਿੱਲੀ ਵਿਖੇ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ, ਸਤਿਗੁਰਾਂ ਨੇ ਆਪ ਹੀ ਕਲਾ ਵਰਤਾਈ ਹੈ। ਗੁਰੂ ਨੂੰ ਕੋਈ ਕੈਦ ਨਹੀਂ ਕਰ ਸਕਦਾ, ਪਰ ਇਹ ਸਤਿਗੁਰੂ ਦੀ ਕਲਾ ਹੈ। ਕਹਿੰਦੇ ਉਸ ਵੇਲੇ ਉਹਨਾਂ ਨੇ ਇੱਕ ਵਿਉਂਤ ਬਣਾਈ ਕਿ ਇਹਨਾਂ ਨੂੰ ਆਪਾਂ ਸੂਰ ਦਾ ਮਾਸ ਖਵਾ ਦਈਏ ਤੇ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਏਗਾ। ਇਹ ਕਹਿੰਦੇ ਨੇ ਨਾ, ਅਸੀਂ ਆਪਣੇ ਧਰਮ ਵਿੱਚ ਪਰਪੱਕ ਹਾਂ, ਜਿਨ੍ਹਾਂ ਨੂੰ ਮਾਸ ਖਵਾ ਦਈਏ ਆਪੇ ਧਰਮ ਭ੍ਰਿਸ਼ਟ ਹੋ ਜਾਏਗਾ। ਕਹਿੰਦੇ ਉਸ ਵੇਲੇ ਸੂਰ ਦੇ ਬੱਚਿਆਂ ਦਾ ਮਾਸ ਰਿੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਅੱਗੇ ਵੱਡੇ ਦੇਗਚੇ 'ਚ ਪਾ ਕੇ ਉਹਨਾਂ ਨੇ ਰੱਖਿਆ ਹੈ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ ਉਹ ਦੇਗਚਾ ਰੱਖਿਆ ਹੈ, ਮਹਾਰਾਜ ਕਹਿੰਦੇ ਭਾਈ ਇਹਦੇ 'ਚ ਕੀ ਹੈ? ਗੁਰੂ ਜੀ ਤਾਂ ਅੰਤਰਜਾਮੀ ਜਾਣਦੇ ਨੇ। ਤੇ ਉਹ ਜਿਹੜੇ ਜਲਾਦ ਨੇ ਸਿਪਾਹੀ ਕਹਿੰਦੇ ਆਪੇ ਹੀ ਦੇਖ ਲਓ, ਤੁਹਾਡੇ ਛਕਣ ਵਾਸਤੇ ਕੁਝ ਲਿਆਂਦਾ ਹੈ। ਕਹਿੰਦੇ ਜਦੋਂ ਦੇਗਚੇ ਦਾ ਢੱਕਣ ਚੁੱਕਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੇਗਚੇ ਦੇ ਵਿੱਚ ਨਿਗਾਹ ਮਾਰੀ ਹੈ ਨਾ, ਕਹਿੰਦੇ ਉਹ ਸੂਰ ਦੇ ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਅੱਗ ਦੇ ਉੱਪਰ ਰਿੰਨ ਕੇ ਤੇ ਉਸ ਨੂੰ ਸਤਿਗੁਰਾਂ ਦੇ ਅੱਗੇ ਰੱਖਿਆ ਸੀ ਨਾ, ਕਹਿੰਦੇ ਸਤਿਗੁਰਾਂ ਦੀ ਨਿਗਾਹ ਪਈ, ਕਿਰਪਾ ਦ੍ਰਿਸ਼ਟੀ ਪਈ, ਉਹ ਸੂਰ ਦੇ ਬੱਚੇ ਜਿਉਂਦੇ ਹੋਏ ਦੇਗਚੇ ਵਿੱਚੋਂ ਬਾਹਰ ਛਾਲਾਂ ਮਾਰ ਕੇ ਦੌੜਨ ਲੱਗੇ ਤੇ ਉੱਥੇ ਜੇਲ੍ਹ ਦੇ ਵਿੱਚ ਹੀ ਹਫੜਾ ਦਫੜੀ ਮਚ ਗਈ। ਸਾਰੇ ਹੀ ਹੈਰਾਨ ਹੋ ਗਏ, ਕਿਵੇਂ ਹੋ ਸਕਦਾ ਹੈ? ਹਿੰਦੂਆਂ ਦੇ ਪੀਰ ਵਿੱਚ ਏਡੀ ਕਾਮਲਤਾ, ਏਡੀ ਸ਼ਕਤੀ। ਸੋ ਇਹ ਸਤਿਗੁਰਾਂ ਨੇ ਕੋਈ ਕੌਤਕ ਨਹੀਂ ਦਿਖਾਇਆ, ਕਿਸੇ ਨੂੰ ਭਰਮਾਇਆ ਨਹੀਂ। ਕਹਿੰਦੇ ਗੁਰੂ ਦੀ ਦ੍ਰਿਸ਼ਟੀ ਵਿੱਚ ਤਾਸੀਰ ਹੀ ਏਡੀ ਹੈ, ਅਸਰ ਹੀ ਏਡਾ ਹੈ। ਮਿਰਤਕ ਕੋ ਜੀਵਾਲਨਹਾਰ, ਸਤਿਗੁਰਾਂ ਨੇ ਸੁਭਾਵਕ ਦੇਖਿਆ ਹੈ। ਤੇ ਸੂਰ ਦੇ ਮਰੇ ਹੋਏ ਬੱਚੇ, ਟੁਕੜੇ ਟੁਕੜੇ ਕੀਤੇ ਹੋਏ ਬੱਚੇ, ਅੱਗ ਤੇ ਰਿੰਨੇ ਹੋਏ ਬੱਚੇ ਜਿਉਂਦੇ ਹੋ ਕੇ ਉਸ ਦੇਗਚੇ ਵਿੱਚੋਂ ਬਾਹਰ ਛਾਲਾਂ ਮਾਰਦੇ। ਸੋ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਰੋਗੀ ਨੂੰ, ਪ੍ਰੇਮੀ ਕੋੜੀ ਨੂੰ ਦੇਖਿਆ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਐਸੀ ਪਈ, ਸਰੀਰ 9/9 ਹੋ ਗਿਆ, ਸਰੀਰ ਤੰਦਰੁਸਤ ਹੋ ਗਿਆ। ਨਿਜ ਕਰਤੇ ਪੁਨ ਬਸਤਰ ਦਏ ਹੈ। ਇਉਂ ਕਹਿੰਦੇ ਆਪਣੇ ਕਰ ਕਮਲਾਂ ਨਾਲ ਹੀ ਮਹਾਰਾਜ ਜੀ ਨੇ ਫਿਰ ਉਸ ਦਾ ਸਰੀਰ ਜਿਹੜਾ ਹੈ ਉਹ ਢੱਕ ਦਿੱਤਾ ਹੈ। ਸਭ ਨਵੀਨ ਪਹਿਰਾਏ ਦਏ ਹੈ। ਇਉਂ ਸਾਰੇ ਵਸਤਰ ਜਿਹੜੇ ਨਵੇਂ ਫਿਰ ਸਤਿਗੁਰਾਂ ਨੇ ਪਹਿਨਾ ਦਿੱਤੇ। ਮੰਤਰ ਸੋ ਸਤਨਾਮ ਕੋ ਦੀਨਸ। ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜੋ ਸੱਚਾ ਨਾਮ ਹੈ ਸਤਨਾਮ, ਉਹ ਸਤਨਾਮ ਦਾ ਜੋ ਮੰਤਰ ਹੈ, ਗੁਰਬਾਣੀ ਰੂਪ ਮੰਤਰ, ਵਾਹਿਗੁਰੂ ਮੰਤਰ, ਉਸ ਨੂੰ ਜਪਣ ਵਾਸਤੇ ਦਿੱਤਾ ਹੈ। ਭਾਲ ਵਿਸਾਲ ਤਿਲਕ ਤਿਨ ਕੀਨਸ। ਭਾਲ ਮੈਨਾ ਮੱਥਾ, ਵਿਸਾਲ ਮੈਨਾ ਬਹੁਤ ਵੱਡਾ। ਕਹਿੰਦੇ ਇਸ ਦੇ ਮੱਥੇ ਦੇ ਭਾਗ ਬਹੁਤ ਵੱਡੇ ਹੋ ਗਏ ਨੇ। ਸਮਝ ਲਓ ਕਿ ਨਾਮ ਬਾਣੀ ਦਾ, ਪਰਮਾਤਮਾ ਦੀ ਬੰਦਗੀ ਦਾ ਤਿਲਕ ਇਸ ਪ੍ਰੇਮੀ ਦੇ ਮੱਥੇ ਤੇ ਲਾ ਦਿੱਤਾ ਹੈ। ਰਾਜ ਕੰਨ ਤੇ ਗਿਰ ਸਮਸਰ। ਇਉਂ ਕਹਿੰਦੇ ਕਿ ਰਾਜ ਕੰਨ ਤੇ, ਸਾਧ ਸੰਗਤ ਜੀ ਰਾਜ ਮੈਨਾ ਸੰਸਕ੍ਰਿਤ ਵਿੱਚ ਕਹਿੰਦੇ ਨੇ ਰਾਜ ਮਿੱਟੀ ਨੂੰ, ਜਿਸ ਨੂੰ ਆਪਾਂ ਪੈਰਾਂ ਦੀ ਮਿੱਟੀ ਜਾਂ ਚਰਨ ਧੂੜ ਕਹਿੰਦੇ ਹਾਂ। ਕਹਿੰਦੇ ਕਿ ਸਮਝ ਲਓ ਹੁਣ ਸਤਿਗੁਰਾਂ ਨੇ ਐਸੀ ਬਖਸ਼ਿਸ਼ ਵਰਤਾ ਦਿੱਤੀ, ਜਿਹੜਾ ਪ੍ਰੇਮਾ ਕੋੜੀ ਸੀ ਨਾ, ਜਿਸ ਨੂੰ ਸਾਰੇ ਦੇਖ ਕੇ ਹੀ ਨਫ਼ਰਤ ਕਰਦੇ ਸਨ, ਗਿਲਾਨੀ ਕਰਦੇ ਸਨ, ਕਿਉਂਕਿ ਸਰੀਰ ਨੂੰ ਕੁਸ਼ਟ ਰੋਗ ਹੈ, ਮੱਖੀਆਂ ਭਿਣਕਦੀਆਂ ਨੇ, ਲਹੂ ਵਗਦਾ ਹੈ, ਪਾਕ ਵਗਦੀ ਹੈ, ਇਹਦੇ ਕੋਲ ਨਹੀਂ ਕੋਈ ਬੈਠਦਾ, ਸਾਰੇ ਨਫ਼ਰਤ ਕਰਦੇ ਸਨ। ਕੁਝ ਤਾਂ ਇਹਦਾ ਨਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਸਨ। ਸੋ ਕਹਿੰਦੇ ਇਹ ਤਾਂ ਸਮਝ ਲਓ ਜਿਵੇਂ ਰਜ ਕਣ ਹੁੰਦਾ ਹੈ, ਪੈਰਾਂ ਦੀ ਮਿੱਟੀ ਦਾ ਇੱਕ ਕਿਣਕਾ ਹੁੰਦਾ, ਇਉਂ ਸੀ। ਪਰ ਕਹਿੰਦੇ ਗੁਰੂ ਨੇ ਕਿਰਪਾ ਕੀਤੀ। ਹੁਣ ਕੀ ਹੋਇਆ? ਕਹਿੰਦੇ ਗਿਰ ਸਮਸਰ, ਸਮਸਰ ਕਹਿੰਦੇ ਬਰਾਬਰ, ਗਿਰ ਮੈਨਾ ਪਹਾੜ। ਕਹਿੰਦੇ ਸਮਝ ਲਓ ਪੈਰਾਂ ਦੀ ਮਿੱਟੀ ਦੇ ਕਿਣਕੇ ਨੂੰ ਸੁਮੇਰ ਪਹਾੜ ਵਰਗਾ ਵੱਡਾ ਬਣਾ ਦਿੱਤਾ ਹੈ। ਜਿਵੇਂ ਪਹਾੜ ਹੁੰਦਾ ਹੈ ਏਡੀ ਵੱਡਾ ਹਜ਼ੂਰ ਨੇ ਵਰਤਾ ਦਿੱਤੀ ਹੈ। ਨਾਮ ਮੁਰਾਰੀ। ਇਸ ਨੂੰ ਲੋਕ ਪ੍ਰੇਮ ਕਹਿੰਦੇ। ਸਤਿਗੁਰਾਂ ਨੇ ਹੁਣ ਇਸ ਦਾ ਨਾਮ ਵੀ ਬਦਲ ਦਿੱਤਾ। ਮਾਨੋ ਕਿ ਗੁਰੂ ਘਰ ਵਿੱਚ ਆ ਕੇ ਤਾਂ ਦੁਬਾਰਾ ਹੀ ਜਨਮ ਹੋਇਆ। ਨੇ ਸਤਿਗੁਰ ਕੈ ਗਮਨੇ
ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਐਸੀ ਕਹਿੰਦੇ ਕਲਾ ਇਸ ਤੇ ਵਰਤ ਗਈ ਹੈ। ਹੁਣ ਇਹਦਾ ਨਾਮ ਵੀ ਮਹਾਰਾਜ ਜੀ ਨੇ ਮੁਰਾਰੀ ਰੱਖ ਦਿੱਤਾ ਹੈ। ਪ੍ਰਾਚੀਨ ਸਮੇਂ ਦੇ ਧਰਮ ਸ਼ਾਸਤਰਾਂ 'ਚ ਮੁਰਾਰੀ ਸ਼ਬਦ ਜਿਹੜਾ ਹੈ ਬੜਾ ਮਸ਼ਹੂਰ ਹੈ, ਬੜਾ ਪ੍ਰਸਿੱਧ ਹੈ। ਤੇ ਮੁਰਾਰੀ ਸ਼ਬਦ ਪ੍ਰਮਾਤਮਾ ਨੂੰ ਵੀ ਕਿਹਾ ਜਾਂਦਾ ਹੈ। ਵੈਸੇ ਮੁਰਾਰੀ ਕ੍ਰਿਸ਼ਨ ਜੀ ਦਾ ਨਾਮ ਸੀ, ਕਿਉਂਕਿ ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਮੁਰਾਰੀ, ਮੁਰ ਤੇ ਅਰੀ, ਮੁਰ ਅਰੀ ਤੋਂ ਬਣਿਆ ਮੁਰਾਰੀ। ਅਰੀ ਮੈਨਾ ਹੁੰਦਾ ਵੈਰੀ। ਮੁਰ ਇੱਕ ਦੈਂਤ ਦਾ ਨਾਮ ਸੀ, ਜਿਹਦੇ ਬਾਰੇ ਸਾਧ ਸੰਗਤ ਔਰ ਇਹਦੇ 5 ਸਿਰ ਸਨ ਤੇ ਇਹਦੀ ਉਮਰ ਬੜੀ ਲੰਬੀ ਸੀ, ਇਹਨੂੰ ਕੋਈ ਮਾਰ ਨਹੀਂ ਸੀ ਸਕਦਾ। ਸ਼ਾਸਤਰਾਂ 'ਚ ਲਿਖਿਆ ਹੋਇਆ ਹੈ, ਕਹਿੰਦੇ ਇਹਦੇ 7000 ਪੁੱਤਰ ਸਨ। ਕ੍ਰਿਸ਼ਨ ਜੀ ਨਾਲ ਇਹਨੇ ਬੜਾ ਲੰਬਾ ਸਮਾਂ ਜੰਗ ਕੀਤਾ ਸੀ। ਅਖੀਰ ਕ੍ਰਿਸ਼ਨ ਜੀ ਨੇ ਇਸ ਨੂੰ ਮਾਰ ਦਿੱਤਾ। ਇਸ ਕਰਕੇ ਕ੍ਰਿਸ਼ਨ ਜੀ ਨੂੰ ਮੁਰਦਾ ਅਰੀ, ਮੁਰਦਾ ਵੈਰੀ ਕਹਿਣ ਲੱਗ ਪਏ ਤੇ ਕ੍ਰਿਸ਼ਨ ਜੀ ਦਾ ਨਾਮ ਮੁਰਾਰੀ ਪ੍ਰਸਿੱਧ ਹੋਇਆ। ਸੋ ਸਤਿਗੁਰਾਂ ਨੇ ਪਵਿੱਤਰ ਬਾਣੀ 'ਚ ਮੁਰਾਰੀ ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤਿਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਅੱਜ ਤੋਂ ਬਾਅਦ ਇਸ ਨੂੰ ਕਿਸੇ ਨੇ ਪ੍ਰੇਮਾ ਕੋੜੀ ਨਹੀਂ ਕਹਿਣਾ ਹੈ, ਇਹ ਤਾਂ ਮੁਰਾਰੀ ਬਣ ਗਿਆ। ਮੁਰਾਰੀ ਇਹ ਤਾਂ ਰੱਬ ਹੀ ਬਣ ਗਿਆ ਹੈ। ਸਭਾ ਮਝਾਰ ਕਹਿਓ ਗੁਰ ਬੈਨ। ਇਉਂ ਸਾਰੀ ਸਭਾ ਵਿੱਚ ਭਰੇ ਦਰਬਾਰ ਵਿੱਚ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਹ ਹੈ ਜਿਹੇ ਸਿੱਖ ਕੇ ਐਨ। ਐਨ ਕਹਿੰਦੇ ਨੇ ਘਰ ਨੂੰ। ਉਸ ਵੇਲੇ ਮਹਾਰਾਜ ਕਹਿੰਦੇ, ਭਾਈ ਸਿੱਖੋ, ਕਿਸੇ ਦੇ ਘਰ ਵਿੱਚ ਜੇ ਕੋਈ ਨੌਜਵਾਨ ਲੜਕੀ ਹੋਵੇ, ਕਿਸੇ ਦੇ ਘਰ ਵਿੱਚ ਕੋਈ ਵਿਆਹਣ ਵਾਲੀ ਜੇ ਕੋਈ ਲੜਕੀ ਹੋਵੇ, ਮਮ ਆਇਸ ਤੇ ਇਸ ਕੋ ਦੇਵ ਹੈ। ਮਹਾਰਾਜ ਕਹਿੰਦੇ ਸਾਡੀ ਆਇਸ ਹੈ, ਸਾਡੀ ਆਗਿਆ ਹੈ, ਸਾਡਾ ਹੁਕਮ ਹੈ ਕਿ ਜੇ ਕੋਈ ਮਾਈ ਭਾਈ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹੈ, ਕਿਸੇ ਦੇ ਪਰਿਵਾਰ ਵਿੱਚ ਕੋਈ ਨੌਜਵਾਨ ਵਿਆਹਣ ਦੇ ਯੋਗ, ਕਹਿੰਦੇ ਸਾਡਾ ਹੁਕਮ ਹੈ ਇਸ ਮੁਰਾਰੀ ਨੂੰ ਆਪਣੀ ਲੜਕੀ ਦੇਵੇ, ਆਪਣਾ ਰਿਸ਼ਤਾ ਕਰ ਦੇਵੇ। ਲੋਕ ਪਰਲੋਕ ਆਨੰਦ ਸੋ ਲੇਵ ਹੈ। ਮਹਾਰਾਜ ਕਹਿੰਦੇ, ਭਾਈ ਸਾਡੇ ਇਸ ਬਚਨ ਨੂੰ ਮੰਨ ਕੇ ਜਿਹੜਾ ਇਸ ਮੁਰਾਰੀ ਨੂੰ ਆਪਣੀ ਪੁੱਤਰੀ ਦੇਵੇਗਾ ਨਾ, ਰਿਸ਼ਤਾ ਕਰੇਗਾ, ਸਮਝ ਲਓ ਉਸ ਦਾ ਲੋਕ ਤੇ ਪਰਲੋਕ ਸੁਹੇਲਾ ਹੋ ਗਿਆ। ਸ਼ੀਹਾਂ ਉੱਪਰ ਸਿੱਖ ਕੁਲੀਨ। ਉਸ ਵੇਲੇ ਕਹਿੰਦੇ ਸੰਗਤ ਦੇ ਵਿੱਚ ਹੀ, ਜਿਵੇਂ ਆਪਾਂ ਸਤਿਗੁਰਾਂ ਦੀ ਸੰਗਤ ਵਿੱਚ ਬੈਠੇ ਆ ਨਾ, ਇਸੇ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਾਧ ਸੰਗਤ ਦੀ ਘਟਨਾ ਘਟੀ ਹੈ। ਇਵੇਂ ਸਾਰੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਬੈਠੀਆਂ ਨੇ। ਸਤਿਗੁਰਾਂ ਨੇ ਹੁਕਮ ਦਿੱਤਾ, ਸੰਗਤ ਦੇ ਤਾਈ ਭਾਈ ਕਿਸੇ ਦੀ ਕੋਈ ਵਿਆਹਣ ਯੋਗ ਪੁੱਤਰੀ ਹੈ, ਇਸ ਮੁਰਾਰੀ ਨਾਲ ਰਿਸ਼ਤਾ ਕਰ ਦਿਓ। ਕਹਿੰਦੇ ਸੰਗਤ ਵਿੱਚੋਂ ਇੱਕ ਗੁਰੂ ਦੇ ਪਿਆਰ ਵਾਲਾ ਉੱਠਿਆ ਹੈ, ਜਿਸ ਦਾ ਨਾਮ ਸਾਧ ਸੰਗਤ ਜੀ ਸ਼ੀਹਾਂ ਉੱਪਲ ਹੈ। ਕਹਿੰਦੇ ਇਹ ਸਿੱਖ ਬੜਾ ਕੁਲੀਨ ਹੈ, ਬੜਾ ਸਿਆਣਾ ਹੈ, ਬੜੀ ਉੱਚੀ ਕੁਲ ਵਾਲਾ ਹੈ। ਤਿੰਨ ਕਰ ਜੋਰੇ ਬੇਨਤੀ ਕੀਨ। ਕਹਿੰਦੇ ਇਸ ਨੇ ਆਪਣੇ ਹੱਥ ਜੋੜੇ ਸਤਿਗੁਰਾਂ ਦੀ ਬਖਸ਼ਿਸ਼ ਲੈਣ ਵਾਸਤੇ। ਇਸ ਨੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਹੈ। ਵਰ ਪ੍ਰਾਪਤ ਕੰਨਿਆ ਘਰ ਮੇਰੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਕੰਨਿਆ ਹੈ, ਪੁੱਤਰੀ ਹੈ, ਔਰ ਉਹ ਵਰ ਦੇ ਲਾਇਕ ਹੈ, ਵਿਆਹੁਣ ਦੇ ਯੋਗ ਹੈ। ਇਹ ਪ੍ਰਭ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਦੀ ਬਖਸ਼ਿਸ਼ ਹੋ ਜਾਏ, ਮੈਂ ਆਪ ਜੀ ਦੇ ਬਚਨਾਂ ਨੂੰ ਕਮਾਉਣਾ ਚਾਹੁੰਦਾ ਹਾਂ। ਸਾਧ ਸੰਗਤ ਜੀ ਦੇਖੋ, ਕਈ ਵਾਰੀ ਹੈਰਾਨ ਹੋ ਜਾਈਦਾ ਨਾ ਕਿ ਫਲਾਣੇ ਸਿੱਖ ਨੇ ਇਹ ਕੌਤਕ ਕਿਵੇਂ ਕਰ ਦਿੱਤਾ, ਫਲਾਣੇ ਨੇ ਆਹ ਕਿਵੇਂ ਕਰ ਦਿੱਤਾ। ਜੋ ਸਿੱਖ ਧਰਮ ਅੰਦਰ ਸਾਡੇ ਇਤਿਹਾਸ ਅੰਦਰ ਐਸੀਆਂ ਲਾਸਾਨੀ ਸ਼ਹਾਦਤਾਂ ਆਪਾਂ ਦੇਖਦੇ ਹਾਂ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਕਿਵੇਂ ਜੰਗ ਕਰ ਲਿਆ। ਭਾਈ ਤਾਰੂ ਸਿੰਘ ਸਾਹਿਬ ਜੀ ਖੋਪੜੀ ਉਤਰਨ ਤੋਂ ਬਾਅਦ 21 ਦਿਨ ਕਿਵੇਂ ਬੈਠੇ ਰਹੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਕਿਵੇਂ ਕਟਵਾ ਲਿਆ। ਨਾਸਤਿਕ ਭ੍ਰਾਂਤੀ ਕਰਕੇ ਇਹ ਖਿਆਲ ਪੈਦਾ ਹੋ ਜਾਂਦੇ ਨੇ, ਕਈ ਵਾਰੀ ਮਨ ਨੂੰ ਯਕੀਨ ਨਹੀਂ ਆਉਂਦਾ। ਪਰ ਸਾਧ ਸੰਗਤ ਜੀ ਇਹ ਮਹਾਨ ਜੀਵਨ ਕਿਵੇਂ ਬਣੇ। ਦੇਖੋ, ਜਿਨ੍ਹਾਂ ਨੇ ਸਤਿਗੁਰੂ ਦੀ ਹਜ਼ੂਰੀ 'ਚ ਰਹਿ ਕੇ ਗੁਰੂ ਦੀ ਸੇਵਾ ਕੀਤੀ ਔਰ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਇਆ ਹੈ। ਸੋ ਗੁਰੂ ਦੇ ਬਚਨਾਂ ਨੂੰ ਕਮਾ ਕੇ
ਐਸੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ। ਉਹਨਾਂ ਦਾ ਜੀਵਨ ਦੇਖੋ, ਉਹਨਾਂ ਦੀ ਘਾਲਣਾ। ਸੋ ਇਸ ਕਰਕੇ ਹੁਣ ਦੇਖੋ ਭਾਈ ਸ਼ੀਹਾਂ ਉੱਪਲ ਹੈ, ਹੁਣ ਇਹਨੇ ਦੇਖੋ ਸਤਿਗੁਰਾਂ ਦੇ ਬਚਨਾਂ ਨੂੰ ਕਿਵੇਂ ਕਮਾਇਆ ਹੈ। ਕਿਉਂਕਿ ਕਈ ਵਾਰੀ ਸੰਸਾਰੀ ਬਿਰਤੀ ਵਾਲਾ ਵੀ ਕਹਿੰਦਾ ਮੈਂ ਤਾਂ ਗੁਰੂ ਦੇ ਬਚਨ ਨੂੰ ਕਮਾ ਰਿਹਾ, ਪਰ ਜਿੱਥੇ ਲੋੜ ਹੁੰਦੀ ਹੈ ਉੱਥੇ ਫਿਰ ਫੇਲ ਹੋ ਜਾਂਦਾ ਹੈ ਗੁਰੂ ਦੀ ਕਸਵੱਟੀ ਤੇ। ਜਿਸ ਤਰ੍ਹਾਂ ਸਾਧ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਬੜਾ ਗਰੀਬ ਜਿਹਾ ਸਿੱਖ ਸੀ, ਜਿਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਲੇਪਣੀ ਸਿੰਘ। ਉਹ ਕਹਿੰਦੇ ਕੰਧਾਂ ਨੂੰ ਲੇਪ ਕਰਦਾ ਹੁੰਦਾ ਸੀ, ਬੜਾ ਗਰੀਬ। ਇੱਕ ਦਿਨ ਉਹ ਕੰਧ ਨੂੰ ਲਿਪ ਰਿਹਾ ਤੇ ਦਸਮ ਪਾਤਸ਼ਾਹ ਮਹਾਰਾਜ ਜੀ ਕੋਲ ਦੀ ਲੰਘੇ ਨੇ ਤੇ ਸਤਿਗੁਰਾਂ ਦੇ ਬਸਤਰ ਤੇ ਉਸ ਦੇ ਕੋਲੋਂ ਇੱਕ ਛਿੱਟਾ ਪੈ ਗਿਆ ਤੇ ਕਲਗੀਧਰ ਮਹਾਰਾਜ ਜੀ ਨੇ ਇੱਕ ਕਲਾ ਵਰਤਾਈ। ਮਹਾਰਾਜ ਕਹਿੰਦੇ ਭਾਈ ਇਸ ਲੇਪਣੀ ਸਿੰਘ ਨੂੰ ਇੱਕ ਚਾਟਾ ਮਾਰੋ, ਇਹ ਤਾਂ ਗੁਰੂ ਦੀ ਕਲਾ ਹੈ ਨਾ, ਗੁਰੂ ਸਮਰੱਥ ਹੈ। ਗੁਰੂ ਨੂੰ ਸਭ ਤਰ੍ਹਾਂ ਕਰਕੇ ਨਹੀਂ ਸਮਝਿਆ ਜਾ ਸਕਦਾ, ਕੁਝ ਤਾਂ ਬਖਸ਼ਿਸ਼ ਹੁੰਦੀ ਹੈ, ਪਰ ਪੂਰਨ ਤੌਰ ਤੇ ਗੁਰੂ ਨੂੰ ਜਾਣਨਾ ਸਮਝਣਾ ਬੜਾ ਮੁਸ਼ਕਿਲ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਸ ਨੇ ਸਾਡੇ ਬਸਤਰ ਤੇ ਚਿੱਕੜ ਦਾ ਛਿੱਟਾ ਪਾ ਦਿੱਤਾ, ਇਹਨੂੰ ਇੱਕ ਚਾਟਾ ਮਾਰੋ, ਇੱਕ ਚਪੇੜ ਮਾਰੋ। ਕਹਿੰਦੇ ਕਈ ਜਾਣੇ ਦੌੜ ਕੇ ਚਲੇ ਗਏ, ਉਹਨੂੰ ਕਿੰਨਿਆਂ ਨੇ ਚਪੇੜਾ ਮਾਰ ਦਿੱਤੀਆਂ। ਤੇ ਉਸ ਵੇਲੇ ਮਹਾਰਾਜ ਕਹਿੰਦੇ ਭਾਈ ਉਸ ਨੂੰ ਤਾਂ ਇੱਕ ਚਾਟਾ ਮਾਰਨ ਵਾਸਤੇ ਕਿਹਾ ਸੀ। ਤੇ ਕਈਆਂ ਨੇ ਕਿਹਾ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਤੁਹਾਡੇ ਬਚਨ ਨੂੰ ਮੰਨਦੇ ਹਾਂ, ਅਸੀਂ ਵੀ ਤੁਹਾਡਾ ਬਚਨ ਸੁਣਿਆ। ਦੂਜਾ ਤੇ ਮਹਾਰਾਜ ਤੇ ਤੁਹਾਡੇ ਬਚਨਾਂ ਨੂੰ ਇੰਨ ਬਿੰਨ ਕਮਾਉਂਦੇ ਹਾਂ, ਇਸ ਕਰਕੇ ਅਸੀਂ ਸਾਰਿਆਂ ਨੇ ਜਾ ਕੇ ਚਾਟੇ ਮਾਰ ਦਿੱਤੇ, ਅਸੀਂ ਤਾਂ ਤੁਹਾਡੇ ਬਚਨਾਂ ਨੂੰ ਕਮਾਉਣ ਵਾਲੇ ਹਾਂ। ਉਸ ਵੇਲੇ ਕਲਗੀਧਰ ਮਹਾਰਾਜ ਕਹਿੰਦੇ ਭਾਈ ਠੀਕ ਹੈ, ਉਹ ਵਿਚਾਰਾ ਬੜਾ ਗਰੀਬ ਸਿੱਖ ਹੈ, ਤੇ ਹੁਣ ਸਾਡਾ ਇੱਕ ਹੁਕਮ ਹੋਰ ਸੁਣੋ। ਕਹਿੰਦੇ ਮਹਾਰਾਜ ਕਿਰਪਾ ਕਰੋ। ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਸ ਦੇ ਘਰ ਵਿੱਚ ਨੌਜਵਾਨ ਪੁੱਤਰੀ ਹੈ ਉਹ ਇਸ ਨੂੰ ਰਿਸ਼ਤਾ ਕਰੋ। ਉਸ ਵੇਲੇ ਸਾਰੇ ਪਿੱਛੇ ਹੋ ਗਏ, ਨਹੀਂ ਮਹਾਰਾਜ ਉਹ ਤਾਂ ਬੜਾ ਗਰੀਬ ਹੈ, ਉਹਦਾ ਕੋਈ ਕਾਰੋਬਾਰ ਵੀ ਨਹੀਂ ਹੈ। ਮਹਾਰਾਜ ਕਹਿੰਦੇ ਹੁਣ ਹੁਕਮ ਕਿਉਂ ਨਹੀਂ ਮੰਨਦੇ? ਸੋ ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨਣਾ ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਕਿ ਭਾਈ ਕਰੋ। ਕਹਿੰਦੇ ਸ਼ੀਹਾਂ ਉੱਪਲ ਉੱਠ ਕੇ ਖੜਾ ਹੋਇਆ, ਗੁਰੂ ਚਰਨਾਂ 'ਚ ਬੇਨਤੀ ਕਰ ਦਿੱਤੀ। ਐਮ ਕਹਿ ਨਿਜ ਇਸਤਰੀ ਢਿਗ ਆਇਓ। ਇਉਂ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਕੇ ਮਹਾਰਾਜ ਮੇਰੀ ਲੜਕੀ ਵਿਆਹੁਣ ਦੇ ਯੋਗ ਹੈ। ਸਤਿਗੁਰਾਂ ਦੀ ਆਗਿਆ ਲੈ ਕੇ ਕਹਿੰਦੇ ਫਿਰ ਆਪਣੀ ਔਰਤ ਦੇ ਆਪਣੀ ਪਤਨੀ ਦੇ ਪਾਸ ਆਇਆ। ਇਹ ਦੋਵੇਂ ਆਪਣੀ ਪੁੱਤਰੀ ਦੇ ਸਮੇਤ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਰਹਿੰਦੇ ਹਨ। ਕਰੂਰਾ ਕਲਹਨ ਨੇਠੁਰ ਸੁਭਾਇਓ। ਪਰ ਭਾਈ ਸੰਤੋਖ ਸਿੰਘ ਸਾਹਿਬ ਦੱਸ ਰਹੇ ਨੇ, ਕਹਿੰਦੇ ਸ਼ੀਹਾਂ ਉੱਪਲ ਇਹ ਤਾਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੈ, ਪਰ ਇਹਦੀ ਜੋ ਪਤਨੀ ਹੈ ਘਰ ਵਾਲੀ ਹੈ ਉਹਦਾ ਸੁਭਾਅ ਥੋੜਾ ਜਿਹਾ ਕਰੂਰ ਹੈ, ਥੋੜਾ ਜਿਹਾ ਸਖਤ ਹੈ। ਸੋ ਇਸ ਕਰਕੇ ਕਹਿੰਦੇ ਉਹ ਲੜਾਈ ਵੀ ਪਾ ਲੈਂਦੀ ਹੈ। ਦੇਹ ਕੇ ਸਾਥ ਨਾ ਗਾਥ ਜਨਾਈ। ਪਰ ਕਹਿੰਦੇ ਇਸ ਸ਼ੀਹੇ ਉੱਪਲ ਨੇ ਮੌਕਾ ਸਾਂਭ ਲਿਆ, ਆਪਣੀ ਘਰਵਾਲੀ ਨੂੰ ਆਪਣੀ ਪਤਨੀ ਨੂੰ ਇਹਨੇ ਦੱਸਿਆ ਹੀ ਨਹੀਂ ਹੈ ਕਿ ਮੈਂ ਸਤਿਗੁਰਾਂ ਦਾ ਬਚਨ ਕਮਾ ਰਿਹਾ ਹਾਂ। ਅਪਰਭਾਤ ਕਹਿ ਦਈ ਟਲਾਈ। ਕਹਿੰਦੇ ਉਸ ਨੂੰ ਟਾਲਣ ਵਾਸਤੇ ਇਹਨੇ ਜਾ ਕੇ ਕੁਝ ਹੋਰ ਹੀ ਕਹਿ ਦਿੱਤਾ ਹੈ। ਤੁਝ ਪਰ ਸਤਿਗੁਰ ਬਾ ਕੇ ਉਚਾਰੇ। ਕਹਿਣ ਲੱਗਾ ਭਾਗਵਾਨੇ ਮੈਂ ਗੁਰੂ ਦਾ ਸੁਨੇਹਾ ਲੈ ਕੇ ਆਇਆ ਹਾਂ, ਤੇਰੇ ਵਾਸਤੇ ਗੁਰੂ ਨੇ ਇੱਕ ਹੁਕਮ ਦਿੱਤਾ ਹੈ, ਲੰਗਰ ਟਹਿਲ ਕਰੋ ਦਿਨ ਸਾਰੇ। ਜਾ ਕੇ ਕਹਿੰਦਾ ਕਿ ਸਤਿਗੁਰਾਂ ਨੇ ਕਿਹਾ ਕਿ ਆਪਣੀ ਪਤਨੀ ਨੂੰ ਕਹਿ ਦੇ ਕਿ ਸਾਰਾ ਗਮਨੀ ਜਿਸ ਕਾਲ। ਪਤੀ ਦੇ ਪਾਸੋਂ ਇਹ ਬਚਨ ਸੁਣ ਕੇ ਉਸੇ ਵੇਲੇ ਸ਼ੀਹੇ ਉੱਪਲ ਦੀ ਪਤਨੀ ਜਿਹੜੀ ਹੈ ਇਹ ਲੰਗਰ ਵਿੱਚ ਸੇਵਾ ਕਰਨ ਵਾਸਤੇ ਚਲੀ ਗਈ। ਸੰਗ ਸੁਤਾ ਲੈ ਗੁਰ ਢਿਗ ਚੱਲ। ਇਉਂ ਕਹਿੰਦੇ ਫਿਰ ਆਪਣੀ ਸੁਤਾ ਨੂੰ ਆਪਣੀ ਪੁੱਤਰੀ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਸੰਗਤ ਵਿੱਚ ਪਹੁੰਚ ਗਿਆ। ਤਤ ਛਿਨ ਸਾਥ ਮੁਰਾਰੀ ਤਹਾਂ। ਉਸ ਵੇਲੇ ਬੜੀ ਛੇਤੀ ਨਾਲ ਜੋ ਮੁਰਾਰੀ ਹੈ ਜਿਸ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਫੇਰੇ ਦੀਏ ਭਾਵ ਕਰਮਹਾਂ। ਬੜੀ ਭਾਵਨਾ ਨਾਲ ਕਹਿੰਦੇ ਉੱਥੇ ਫਿਰ ਫੇਰੇ ਹੋਏ ਨੇ। ਇਹ ਆਨੰਦ ਵਿਆਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਹੀ ਹੋ ਗਿਆ। ਭੁਗਤ ਮੁਕਤ ਤੂਰਨ ਤਿਸ ਦੀਨ। ਉਸ ਵੇਲੇ ਸਤਿਗੁਰਾਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਮੁਕਤ ਅਤੇ ਭੁਗਤ। ਮੁਕਤ ਕਹਿੰਦੇ ਨੇ ਸਤ, ਸੰਤੋਖ, ਦਇਆ, ਧਰਮ ਇਤਿਆਦਿਕ ਇਹਨਾਂ ਦੇਵੀ ਪਦਾਰਥਾਂ ਨੂੰ,
ਤੇ ਭੁਗਤ ਕਹਿੰਦੇ ਨੇ ਸੰਸਾਰ ਦੇ ਪਦਾਰਥਾਂ ਨੂੰ। ਇਹ ਸੰਸਾਰ ਦੇ ਤੇ ਨਿਰੰਕਾਰੀ ਪਦਾਰਥ, ਇਹ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਕਰ ਦਿੱਤੀਆਂ। ਅਸ ਗੁਰ ਭਜਹਿ ਨਾ ਸੇ ਮਤਹੀਨ। ਇਉਂ ਕਹਿੰਦੇ ਕਿ ਜਿਹੜੇ ਐਸੇ ਸਮਰੱਥ ਗੁਰੂ ਨੂੰ ਜਪਦੇ ਨਹੀਂ ਹਨ, ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਉਹ ਮੱਤ ਤੋਂ ਹੀਣੇ ਹਨ। ਜੀਵ ਨਾਰ ਕੀ ਸੁਰਗ ਪੁਚਾਵ। ਇਉਂ ਕਹਿੰਦੇ ਦੇਖੋ ਨਰਕਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਵਰਗ ਹੀ ਦੇ ਦਿੱਤਾ ਹੈ। ਅਦਭੁਤ ਐਸੋ ਰੂਪ ਬਣਾਵ। ਇਉਂ ਕਹਿੰਦੇ ਨਰਕ ਵਾਲਾ ਹੀ ਜੀਵਨ ਸੀ ਨਾ ਪ੍ਰੇਮੀ ਕੋੜੀ ਦਾ, ਸੁੰਦਰ ਸਰੀਰ ਵੀ ਦੇ ਦਿੱਤਾ ਤੇ ਸੁੰਦਰ ਪਤਨੀ ਵੀ ਦੇ ਦਿੱਤੀ, ਕਿੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਭਇਓ ਅਰੋਗ ਦੇਹ ਤੇ ਸੁੰਦਰ। ਕਹਿੰਦੇ ਦੇਹੀ ਅਰੋਗ ਤੇ ਬੜੀ ਸੁੰਦਰ ਬਣਾ ਦਿੱਤੀ ਹੈ। ਗਈ ਸੁੰਦਰੀ ਪੁਨ ਸੁਖ ਮੰਦਰ। ਫਿਰ ਕਹਿੰਦੇ ਸੁੰਦਰ ਪਤਨੀ ਵੀ ਸਤਿਗੁਰਾਂ ਨੇ ਦੇ ਦਿੱਤੀ ਹੈ। ਦੇਖ ਸੁਨਤ ਸਗਲ ਬਿਸਮਾਏ। ਇਉਂ ਸਤਿਗੁਰਾਂ ਦੀ ਕਲਾ ਨੂੰ ਦੇਖ ਕੇ ਤੇ ਸੁਣ ਕੇ ਸਾਰੇ ਬੜੇ ਹੈਰਾਨ ਨੇ। ਭਾਈ ਦੇਖੋ ਗੁਰੂ ਦੀ ਕਿੱਡੀ ਵੱਡੀ ਬਖਸ਼ਿਸ਼ ਹੈ, ਕਿੰਨੇ ਕੁਸ਼ਟ ਤੇ ਕੋੜੀਆਂ ਨੂੰ ਵੀ ਸਤਿਗੁਰੂ ਜੀ ਐਸੀਆਂ ਦਾਤਾਂ ਦੇ ਰਹੇ ਹਨ। ਸਤਿਗੁਰ ਮਹਿਮਾ ਲੱਖ ਅਦਕਾਏ। ਇਉਂ ਸਤਿਗੁਰਾਂ ਦੀ ਮਹਿਮਾ ਸੰਗਤਾਂ ਵਿੱਚ ਬਹੁਤ ਜ਼ਿਆਦਾ ਪ੍ਰਗਟ ਹੋਈ ਹੈ। ਚਾਹੇ ਸੋ ਕਰੈ ਕਲਾ ਸਭ ਪੂਰਨ। ਔਰ ਸੰਗਤਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਸਤਿਗੁਰੂ ਜੀ ਤਾਂ ਸਰਬ ਕਲਾ ਸੰਪੂਰਨ ਨੇ, ਜੋ ਵੀ ਚਾਹਣ ਉਹੀ ਕਰ ਸਕਦੇ ਹਨ। ਦਾਸ ਉਦਾਹਰਨ ਦੁਸ਼ਟਨ ਚੂਰਨ। ਕਹਿੰਦੇ ਦੁਸ਼ਟਾਂ ਨੂੰ ਚੂਰਨ ਵਾਲੇ ਨੇ, ਖਤਮ ਕਰਨ ਵਾਲੇ ਨੇ, ਔਰ ਦਾਸਾਂ ਤੇ ਬਖਸ਼ਿਸ਼ਾਂ ਕਰਨ ਵਾਲੇ ਹਨ। ਇਹ ਘਾਟੀ ਮੈਂ ਸਭ ਕੁਛ ਪਾਇਓ। ਕਹਿੰਦੇ ਦੇਖੋ ਭਾਈ ਪ੍ਰੇਮਾ ਕੋੜੀ ਜਿਹਦੇ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ, ਤੇ ਹੁਣੇ ਸਤਿਗੁਰਾਂ ਨੇ ਅੱਖ ਝਮਕਦੇ ਪਤਨੀ ਵੀ ਦੇ ਦਿੱਤੀ, ਆਨੰਦ ਵਿਆਹ ਵੀ ਕਰ ਦਿੱਤਾ ਤੇ ਮੁਕਤ ਭੁਗਤ ਦੀਆਂ ਬਖਸ਼ਿਸ਼ਾਂ ਵੀ ਕਰ ਦਿੱਤੀਆਂ। ਕਹਿੰਦੇ ਦੇਖੋ ਗੁਰੂ ਦੀ ਕੈਸੀ ਬਖਸ਼ਿੰਦਤਾ ਹੈ, ਕੈਸੀ ਦਿਆਲਤਾ ਹੈ ਕਿ ਇੱਕ ਘੜੀ ਦੇ ਵਿੱਚ ਹੀ ਇੰਨੀਆਂ ਦਾਤਾਂ ਬਖਸ਼ ਦਿੱਤੀਆਂ ਹਨ। ਤਨ ਅਰੋਗ ਹੈ ਸ਼ੀਹੇ ਤ੍ਰਿਆ ਲੰਗਰ ਮਹਿ ਸੁਨਿਓ। ਇਉਂ ਕਹਿੰਦੇ ਜਦੋਂ ਇਸ ਮੁਰਾਰੀ ਦਾ ਭਾਵ ਪ੍ਰੇਮੀ ਕੋੜੀ ਦਾ ਆਨੰਦ ਕਾਰਜ ਹੋ ਗਿਆ ਹੈ, ਵਿਆਹ ਹੋ ਗਿਆ, ਸ਼ਾਦੀ ਹੋ ਗਈ, ਤੇ ਸੰਗਤ ਨੂੰ ਬੜੀ ਖੁਸ਼ੀ ਹੋਈ। ਤੇ ਇਸ ਸ਼ੀਹੇ ਉੱਪਲ ਦੀ ਉਸ ਲੜਕੀ ਦੀ ਜੋ ਮਾਂ ਹੈ ਉਹ ਲੰਗਰ ਵਿੱਚ ਸੇਵਾ ਕਰ ਰਹੀ ਹੈ। ਕਹਿੰਦੇ ਉਹਨੂੰ ਕਿਸੇ ਨੇ ਦੱਸ ਦਿੱਤਾ, ਵਧਾਈਆਂ ਦਿੱਤੀਆਂ ਕਿ ਭੈਣ ਤੈਨੂੰ ਵਧਾਈ ਹੋਵੇ, ਤੇਰੀ ਪੁੱਤਰੀ ਦਾ ਵਿਆਹ ਸਤਿਗੁਰਾਂ ਨੇ ਆਪ ਕੀਤਾ। ਕਹਿੰਦੇ ਜਦੋਂ ਉਹਨੂੰ ਪਤਾ ਲੱਗਾ ਉਹ ਬੜੀ ਹੈਰਾਨ ਹੋਈ। ਮਹਾ ਦੁਖ ਤੇ ਚਿਤ ਮਹਿ ਸਿਰ ਧੁਨਿਓ। ਉਸਨੇ ਪੁੱਛਿਆ ਕਿ ਕਿਸ ਦੇ ਨਾਲ ਕਰ ਦਿੱਤਾ। ਕਹਿੰਦੇ ਜੋ ਬਾਹਰ ਬੈਠਾ ਸੀ ਨਾ ਕੁਸ਼ਟ ਰੋਗੀ ਪ੍ਰੇਮਾ, ਉਹਦੇ ਨਾਲ ਕਰ ਦਿੱਤਾ ਹੈ। ਕਹਿੰਦੇ ਉਸ ਵੇਲੇ ਮਨ ਵਿੱਚ ਬੜਾ ਦੁੱਖ ਹੋਇਆ, ਕਿਉਂਕਿ ਜਾਣਦੀ ਨਹੀਂ ਕਿ ਸਤਿਗੁਰਾਂ ਨੇ ਕੀ ਕਲਾ ਵਰਤਾਈ ਹੈ। ਆਈ ਰੁੱਧਤ ਸਤਿਗੁਰ ਕੇ ਤੀਰ। ਕਹਿੰਦੇ ਰੋਂਦਿਆਂ ਰੋਂਦਿਆਂ ਸਤਿਗੁਰਾਂ ਦੇ ਤੀਰ ਸਤਿਗੁਰਾਂ ਦੇ ਪਾਸ ਆਈ ਹੈ। ਇਹ ਕਿਆ ਕੀਨਸ ਹੈ ਪ੍ਰਭ ਧੀਰ। ਕਹਿਣ ਲੱਗੀ ਹੈ ਸੱਚੇ ਪਾਤਸ਼ਾਹ ਜੀਓ, ਇਹ ਤੁਸੀਂ ਕੀ ਕਰ ਦਿੱਤਾ ਹੈ। ਉਸ਼ਟੀ ਮਾਤ ਪਿਤਾ ਕੁਲਹੀਨ। ਸੱਚੇ ਪਾਤਸ਼ਾਹ ਜੀ ਜਿਹੜਾ ਕੁਸ਼ਟੀ ਸੀ, ਕੋੜੀ ਸੀ, ਔਰ ਜਿਸ ਦਾ ਨਾ ਕੋਈ ਮਾਂ ਪਿਓ ਦਾ ਟਿਕਾਣਾ ਪਤਾ ਹੈ, ਪਤਾ ਨਹੀਂ ਕਿੱਥੇ ਰਹਿੰਦਾ ਹੈ, ਕੌਣ ਹੈ, ਇਹੋ ਜਿਹੇ ਨਾਲ ਮੇਰੀ ਪੁੱਤਰੀ ਦਾ ਵਿਆਹ ਕਰ ਦਿੱਤਾ। ਸੁਤਾ ਨਿਨਾਵੇ ਕੋ ਮੋਰ ਦੀਨ। ਸੱਚੇ ਪਾਤਸ਼ਾਹ ਜੀ ਮੇਰੀ ਪੁੱਤਰੀ ਨਿਨਾਵੇਂ ਨੂੰ ਦੇ ਦਿੱਤੀ ਹੈ, ਜਿਹੜਾ ਨਿਨਾਵਾ ਹੈ, ਜਿਹਦਾ ਕੋਈ ਥਾਂ ਟਿਕਾਣਾ ਪਤਾ ਹੀ ਨਹੀਂ ਹੈ। ਸੁਨ ਸ਼੍ਰੀ ਅਮਰਦਾਸ ਤਬ ਹਸੇ। ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਬਚਨ ਸੁਣ ਕੇ ਬੜੇ ਹੱਸੇ ਹਨ। ਕਹਿਓ ਤਾਹੇ ਕਰੁਣਾ ਰੰਗ ਰਸੇ। ਉਸ ਵੇਲੇ ਬੜੀ ਕਰੁਣਾ ਵਿੱਚ ਆ ਕੇ, ਬੜੀ ਦਇਆ ਵਿੱਚ ਆ ਕੇ ਸਤਿਗੁਰਾਂ ਨੇ ਇੱਕ ਹੋਰ ਬਖਸ਼ਿਸ਼ ਕਰ ਦਿੱਤੀ। ਜਾਨ ਹੋ ਮਮ ਸੁਤ ਇਹ ਜੋ ਮੁਰਾਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਐ ਮਾਈ ਤੂੰ ਇਉਂ ਨਾ ਕਹਿ ਕਿ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ। ਉਹਦੇ ਪਿਤਾ ਅਸੀਂ ਹਾਂ, ਉਹਦੇ ਮਾਤਾ ਪਿਤਾ ਅਸੀਂ ਹਾਂ, ਉਹਦਾ ਅਸਲੀ ਘਰ ਇਹੀ ਹੈ। ਸੰਗ ਤੁਮਾਰੀ। ਇਸ ਕਰਕੇ ਇਹ ਮੁਰਾਰੀ ਸਾਡਾ ਪੁੱਤਰ ਬਣ ਗਿਆ ਹੈ।
ਅਸੀਂ ਆਪਣੇ ਪੁੱਤਰ ਦਾ ਵਿਆਹ ਤੇਰੀ ਪੁੱਤਰੀ ਨਾਲ ਕੀਤਾ ਹੈ, ਤੈਨੂੰ ਖੁਸ਼ ਹੋਣਾ ਚਾਹੀਦਾ ਹੈ। ਤਬ ਤਨ ਜਾ ਕੋ ਨਾਮ ਮਥੋ ਹੈ। ਮਹਾਰਾਜ ਕਹਿਣ ਲੱਗੇ ਫਿਰ ਤੇਰੀ ਪੁੱਤਰੀ ਦਾ ਨਾਮ ਮਥੋ ਹੈ। ਨਾਮ ਮੁਰਾਰੀ ਜਾਹੇ ਕਥੋ ਹੈ। ਸਾਧ ਸੰਗਤ ਜੀ, ਸ਼ੀਹੇ ਉੱਪਲ ਦੀ ਜੋ ਲੜਕੀ ਹੈ ਉਹਦਾ ਨਾਮ ਹੈ ਮਥੋ। ਮਹਾਰਾਜ ਕਹਿੰਦੇ ਐ ਮਾਈ, ਤੇਰੀ ਪੁੱਤਰੀ ਦਾ ਨਾਮ ਮਥੋ ਹੈ ਤੇ ਮੇਰੇ ਪੁੱਤਰ ਦਾ ਨਾਮ ਮੁਰਾਰੀ ਹੈ। ਮਥੋ ਮੁਰਾਰੀ ਸਿਮਰੈ ਨਾਮ। ਮਹਾਰਾਜ ਕਹਿੰਦੇ ਤੂੰ ਕਹਿੰਨੀ ਹੈ ਨਾ ਕਿ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਇਹਨੂੰ ਦੁਨੀਆ ਜਾਣੇਗੀ, ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਪ੍ਰਸਿੱਧ ਰਹੇਗਾ। ਸੰਗਤਾਂ ਇਹਨਾਂ ਨੂੰ ਮਥੋ ਤੇ ਮੁਰਾਰੀ ਕਰਕੇ ਜਾਣਨਗੀਆਂ। ਐਸੀ ਕਲਾ ਵਰਤਾ ਦਿੱਤੀ। ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਤਾਂ ਇਹ ਰਿਵਾਜ ਹੈ ਨਾ ਕਿ ਪਹਿਲਾਂ ਪਤੀ ਦਾ ਨਾਮ ਤੇ ਫਿਰ ਪਤਨੀ ਦਾ ਨਾਮ ਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਮਾਈ, ਤੇਰੇ ਤੇ ਵੀ ਗੁਰੂ ਦੀ ਬਖਸ਼ਿਸ਼ ਹੈ, ਤੇਰੀ ਪੁੱਤਰੀ ਦਾ ਨਾਮ ਪਹਿਲਾਂ ਆਏਗਾ ਤੇ ਲੋਕ ਇਹਨਾਂ ਦੋਹਾਂ ਨੂੰ ਯਾਦ ਕਰਨਗੇ ਮਥੋ ਮੁਰਾਰੀ ਕਹਿ ਕੇ। ਪੂਰਨ ਹੋਏ ਨਰਨ ਕੇ ਕਾਮ। ਔਰ ਜਿਹੜਾ ਇਹਨਾਂ ਦਾ ਨਾਮ ਲਏਗਾ ਨਾ ਮਥੋ ਮੁਰਾਰੀ, ਧੰਨ ਮਥੋ ਮੁਰਾਰੀ, ਮਹਾਰਾਜ ਕਹਿੰਦੇ ਉਹਦੇ ਸਾਰੇ ਕਾਰਜ ਪੂਰੇ ਹੋਣਗੇ। ਮਥੋ ਨਾਮ ਆਗੇ ਕਹਿ ਆਖੇ। ਮਹਾਰਾਜ ਕਹਿੰਦੇ ਤੇਰੀ ਪੁੱਤਰੀ ਦਾ ਨਾਮ ਸਭ ਤੋਂ ਪਹਿਲਾਂ ਲੈਣਗੇ ਦੁਨੀਆ ਦੇ ਲੋਕ। ਨਾਮ ਮੁਰਾਰੀ ਪਾਖੈ ਪਾਛੈ। ਔਰ ਮੇਰੇ ਪੁੱਤਰ ਦਾ ਨਾਮ ਮੁਰਾਰੀ ਬਾਅਦ ਵਿੱਚ ਕਿਹਾ ਕਰਨਗੇ। ਨਰ ਪੂਜਹਿਗੇ ਮਥੋ ਮੁਰਾਰੀ। ਇਸ ਕਰਕੇ ਦੁਨੀਆ ਦੇ ਲੋਕ ਮਥੋ ਮੁਰਾਰੀ ਕਰਕੇ ਇਹਨਾਂ ਦੋਹਾਂ ਦੀ ਪੂਜਾ ਕਰਨਗੇ। ਚਿਤ ਚਿੰਤਾ ਦਿਓ ਸ਼ੋਕ ਵਿਸਾਰੀ। ਇਸ ਕਰਕੇ ਮਹਾਰਾਜ ਕਹਿੰਦੇ ਚਿੱਤ ਦੀ ਚਿੰਤਾ ਨੂੰ, ਅੰਦਰ ਦੇ ਸ਼ੋਕ ਨੂੰ ਐ ਮਾਈ ਆਪਣੇ ਅੰਦਰੋਂ ਦੂਰ ਕਰ ਦੇ। ਇਹ ਦੋਨੋਂ ਹੋਏ ਬੜ ਭਾਗੇ। ਇਸ ਕਰਕੇ ਇਹ ਦੋਵੇਂ ਬੜਿਆਂ ਵੱਡਿਆਂ ਭਾਗਾਂ ਵਾਲੇ ਹਨ। ਮੇਰੀ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਦੀ, ਸਤਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਪਾਗੇ ਗਏ ਨੇ, ਰਤੇ ਗਏ ਹਨ। ਦੂਸ਼ਣ ਹੋਏ ਪੁਨਹ ਘਰ ਗਈ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਕਹਿੰਦੇ ਇਹ ਸ਼ੀਹੇ ਉੱਪਲ ਦੀ ਜੋ ਪਤਨੀ ਹੈ ਇਹਨੂੰ ਸ਼ਾਂਤੀ ਆਈ ਹੈ, ਧੀਰਜ ਆਇਆ ਹੈ, ਗੁਰੂ ਦੇ ਬਚਨਾਂ ਤੇ ਨਿਸ਼ਚਾ ਆਇਆ। ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਵਾਪਸ ਚਲੀ ਗਈ। ਦੰਪਤ ਕੋ ਗੁਰ ਆਗਿਆ ਦੇ। ਦੰਪਤ ਕਹਿੰਦੇ ਨੇ ਜੋੜੇ ਨੂੰ, ਪਤੀ ਪਤਨੀ ਨੂੰ ਬ੍ਰਿਜ ਭਾਸ਼ਾ ਕਹਿੰਦੇ ਦੰਪਤ। ਮਹਾਰਾਜ ਕਹਿੰਦੇ ਨੇ ਇਹ ਦੰਪਤ ਭਾਵ ਇਹਨਾਂ ਦੋਹਾਂ ਨੂੰ ਮਥੋ ਤੇ ਮੁਰਾਰੀ ਨੂੰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਵੇਲੇ ਇਹ ਹੁਕਮ ਦਿੱਤਾ। ਮਥੋ ਮੁਰਾਰੀ ਅਬ ਤੁਮ ਜਾਵੋ। ਮਹਾਰਾਜ ਕਹਿੰਦੇ ਐ ਮਥੋ ਮੁਰਾਰੀ ਜੀ ਤੁਸੀਂ ਹੁਣ ਆਪਣੇ ਘਰ ਵਿੱਚ ਚਲੇ ਜਾਵੋ। ਸਤਨਾਮ ਉਪਦੇਸ਼ ਦ੍ਰਿੜਾਵੋ। ਆਪ ਵੀ ਸੱਚੇ ਨਾਮ ਨੂੰ ਜਪੋ ਤੇ ਹੋਰਾਂ ਨੂੰ ਵੀ ਸਤਨਾਮ ਵਾਹਿ ਪਾਤਸ਼ਾਹ ਜੀਆਂ ਨੇ ਇਹ ਬਚਨ ਸਾਧ ਸੰਗਤ ਜੀ ਉਸ ਵੇਲੇ ਪ੍ਰਗਟ ਕੀਤੇ ਨੇ ਕਿ ਜਿਸ ਦਾ ਸੰਸਾਰ ਵਿੱਚ ਕੋਈ ਨਾ ਹੋਵੇ ਉਸ ਦਾ ਮਾਲਕ ਵਾਹਿਗੁਰੂ ਪ੍ਰਭੂ ਆਪ ਹੁੰਦਾ ਹੈ। ਗੁਰ ਸਿੱਖੀ ਜਗ ਅਤਕ ਬਰਧਾਵੋ। ਮਹਾਰਾਜ ਕਹਿੰਦੇ ਮਥੋ ਮੁਰਾਰੀ ਆਪਣੇ ਘਰ ਵਿੱਚ ਜਾਓ, ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਕਰੋ, ਨਾਮ ਜਪੋ ਤੇ ਜਪਾਓ, ਸਿੱਖੀ ਮਾਰਗ ਦਾ ਪ੍ਰਚਾਰ ਕਰੋ। ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ। ਔਰ ਆਪਣੇ ਘਰ ਵਿੱਚ ਜਾ ਕੇ ਵਸੋ ਤੇ ਸਦੀਵ ਹੀ ਸੁਖੀ ਰਹੋ। ਕੁਝ ਤੋਂ ਮਿਲੈ ਸੋ ਭਉ ਜਲ ਤਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡੀ ਪ੍ਰਾਪਤੀ ਕਰਕੇ ਸੰਸਾਰ ਤੋਂ ਪਾਰ ਹੋ ਜਾਓਗੇ। ਕਉ ਕਹਿਬੋ ਇਸ ਤੇ ਕਿਆ ਪਰ। ਮਹਾਰਾਜ ਕਹਿੰਦੇ ਹੁਣ ਇਸ ਤੋਂ ਪਰੇ ਭਾਈ ਤੁਹਾਨੂੰ ਕੀ ਬਖਸ਼ਿਸ਼ਾਂ ਦੇਈਏ। ਭੁਗਤ ਮੁਕਤ ਨਵ ਤਨ ਤਿਸ ਦਾਇਕ। ਇਸ ਤਰ੍ਹਾਂ ਮੁਕਤ ਅਤੇ ਭੁਗਤ ਤੇ ਨਵਾਂ ਸਰੀਰ ਦੇ ਕਰਕੇ ਵਿਦਾ ਕਰਿਓ ਗਮਨਿਓ ਸੁਖ ਪਾਇਕ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਮਥੋ ਮੁਰਾਰੀ ਨੂੰ ਵਿਦਾ ਕੀਤਾ ਹੈ। ਬੜਾ ਸੁਖ, ਬੜੀਆਂ ਦਾਤਾਂ ਸਤਿਗੁਰਾਂ ਦੇ ਦਰੋਂ ਕਰੋਂ ਇਹਨਾਂ ਨੂੰ ਪ੍ਰਾਪਤ ਹੋਈਆਂ। ਗ੍ਰਹਿ ਨਿਜ ਬਸ ਗੁਰ ਸੋ ਜਸ ਕਰੰਤ। ਇਉਂ ਕਹਿੰਦੇ ਆਪਣੇ ਘਰ ਵਿੱਚ ਵਸ ਕੇ ਮਥੋ ਮੁਰਾਰੀ ਹੁਣ ਸੱਚੀ ਸੁੱਚੀ ਕਿਰਤ ਸੁਖ ਸੌਪ ਭਵੰਤ। ਇਉਂ ਕਹਿੰਦੇ ਅਭਿਲਾਸ਼ੀ ਕੋਈ ਸਤ ਸੰਗੀ ਮਥੋ ਮੁਰਾਰੀ ਨੂੰ ਘਰ ਵਿੱਚ ਆ ਕੇ ਮਿਲਦਾ ਹੈ ਨਾ, ਇਹਨਾਂ ਦੇ ਪਾਸੋਂ ਉਪਦੇਸ਼ ਲੈ ਕੇ ਉਹ ਵੀ ਸੁਖੀ ਹੋ ਜਾਂਦਾ ਹੈ। ਕਰੇ ਗੁਰੂ ਇਵ ਦੀਨਨ ਕਾਮ। ਇਉਂ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਸਤਿਗੁਰੂ ਸਮਰੱਥ ਨੇ, ਇਉਂ ਬਖਸ਼ਿਸ਼ਾਂ ਦੇ ਦਾਤੇ ਨੇ, ਦੀਨਾਂ ਦੇ ਨਿਮਾਣਿਆਂ ਦੇ ਕਾਰਜ ਦੀਨ ਦਇਆਲ ਕਹਿਨ। ਗੁਰੂ ਨੂੰ
ਨੂੰ ਦੀਨ ਦਿਆਲੂ ਸੰਸਾਰ ਵਿੱਚ ਕਹਿੰਦੇ ਹਨ। ਏਮ ਮਤਮੰਦ ਅਨੇਕ ਉਧਾਰੇ ਇਉਂ ਮੰਦੀ ਮਤ ਵਾਲਿਆਂ ਨੂੰ, ਇਉਂ ਕੋੜੀਆਂ ਤੇ ਰੋਗੀਆਂ ਨੂੰ, ਅਨੇਕਾਂ ਨੂੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਤੰਦਰੁਸਤ ਕੀਤਾ ਹੈ ਔਰ ਐਸੇ ਅਨੇਕਾਂ ਦੁਖੀਆਂ ਦਾ ਭਲਾ ਕਰ ਦਿੱਤਾ। ਜਗ ਮਹਿ ਪ੍ਰਗਟਿਓ ਜੈ ਜੈਕਾਰੇ ਇਸ ਕਰਕੇ ਸੰਸਾਰ ਜਗਤ ਅੰਦਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਕਹਿੰਦੇ ਜੈ ਜੈਕਾਰ ਪ੍ਰਗਟ ਹੋਈ ਹੈ। ਕਰੇ ਪ੍ਰੇਮ ਜੋ ਸੁਨਾ ਸੁਨਾਵੈ ਇਉਂ ਕਹਿੰਦੇ ਸਤਿਗੁਰਾਂ ਦੀ ਇਸ ਕਥਾ ਨੂੰ, ਸਤਿਗੁਰਾਂ ਦੀ ਉਸਤਤ ਨੂੰ, ਗੁਰੂ ਦੀ ਵਡਿਆਈ ਨੂੰ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਸੰਗਤ ਵਿੱਚ ਬੈਠ ਕੇ ਕਥਨ ਕਰੇਗਾ, ਸੰਗਤ ਪਦਾਰਥ ਧਰਮ ਉਸ ਨੂੰ ਇਹ ਚਾਰੇ ਪਦਾਰਥ ਸਤਿਗੁਰਾਂ ਦੇ ਦਰਬਾਰ ਵਿੱਚੋਂ ਸਹਿਜੀ ਪ੍ਰਾਪਤ ਹੋਣਗੇ। ਜੋ ਇਸ ਕਥਾ ਨੂੰ ਭਾਵਨਾ ਨਾਲ ਕਥਨ ਕਰੇਗਾ, ਸੰਗਤਾਂ ਵਿੱਚ ਬੈਠ ਕੇ ਸੁਣੇਗਾ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਗੁਰੂ ਦੇ ਦਰ ਤੋਂ ਉਸ ਨੂੰ ਇਹ ਚਾਰੇ ਪਦਾਰਥ ਸਹਿਜੀ ਪ੍ਰਾਪਤ ਹੋਣਗੇ। ਐਸੀ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਇਸ ਵਡਿਆਈ ਵਿੱਚ, ਸਤਿਗੁਰਾਂ ਦੀ ਇਸ ਕਥਾ ਦੇ ਵਿੱਚ ਸੇਵਕ ਨੂੰ, ਜਗਿਆਸੂ ਨੂੰ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਹ ਮਹਾਨ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਦਾ ਇਹ 60 ਨੰਬਰ ਅਧਿਆਇ ਸੰਪੂਰਨ ਹੋਇਆ ਹੈ, ਜਿਸ ਨੂੰ ਕ੍ਰਮ ਅਨੁਸਾਰ ਬੜੀ ਸ਼ਰਧਾ ਭਾਵਨਾ, ਬੜੇ ਅਦਭੁਤ ਸਤਿਕਾਰ ਨਾਲ ਆਪਾਂ ਸਰਵਣ ਕੀਤਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰੋਂ ਘਰੋਂ ਗੁਰੂ ਕੇ ਸੇਵਕ ਸਿੱਖਾਂ ਨੂੰ ਕਿਸ ਤਰ੍ਹਾਂ ਬਖਸ਼ਿਸ਼ਾਂ ਮਿਲਦੀਆਂ ਨੇ, ਗੁਰਸਿੱਖ ਦਾ ਕੈਸਾ ਜੀਵਨ, ਕੈਸਾ ਨਿਸ਼ਚਾ ਹੋਣਾ ਚਾਹੀਦਾ ਹੈ, ਇਸ ਨੂੰ ਬੜੇ ਪਿਆਰ ਨਾਲ, ਬੜੇ ਵਿਸਥਾਰ ਨਾਲ ਆਪਾਂ ਸਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਮਥੋਂ ਮਰਾਰੀ ਵਰਗਾ ਨਿਸ਼ਚਾ, ਉਹਨਾਂ ਵਰਗਾ ਜੀਵਨ ਆਪ ਜੀਆਂ ਦੇ ਦਰੋਂ ਘਰੋਂ ਸਾਨੂੰ ਵੀ ਪ੍ਰਾਪਤ ਹੋਵੇ। ਸ਼ਰਧਾ ਭਾਵਨਾ ਦੀ ਸਤਿਗੁਰਾਂ ਦੇ ਪਵਿੱਤਰ ਜੀਵਨ ਨੂੰ ਵਿਚਾਰਦੇ ਆ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਇਸ ਅਧਿਆਇ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਤਰੇ ਪ੍ਰੇਮ ਜੋ ਸੁਨੈ ਸੁਨਾਵੈ ਚਾਰ ਪਦਾਰਥ ਗੁਰ ਤੇ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਆਲਹਿ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।